ਆਪਾਂ ਵਾਰ ਗੁਜਰੀ ਰਾਗ ਦੀ ਵਾਰ ਪੰਜਵੀਂ ਪਾਤਸ਼ਾਹੀ ਦੀ ਲੈ ਰਹੇ ਸੀ, ਉਹਦੀ ਆਖਰੀ ਪੌੜੀ ਅੱਜ ਲੈ ਰਹੇ ਆਪਾਂ 524 ਅੰਗ ਦੇ ਉੱਤੇ 524 ਸ਼ਲੋਕ ਮਹਲਾ ਪੰਜਵਾਂ। ਰਾਮ ਰਮੋ ਰਾਮ ਜਪੋ ਵੱਡ ਭਾਗੀ ਹੋ, ਜਲ ਥਲ ਪੂਰਨ ਸੋਏ। ਨਾਨਕ ਨਾਮ ਧਿਆਇਐ ਬਿਗਨ ਨਾ ਲਾਗੇ ਕੋਏ। ਕਹਿੰਦੇ ਕਿ ਹੇ ਵੱਡੇ ਭਾਗਾਂ ਵਾਲਿਓ, ਮਨੁੱਖੀ ਜੂਨ ਮਿਲੀ ਹੈ, ਵੱਡੇ ਭਾਗ ਆ ਜਿਹੜੇ ਵੀ ਇਨਸਾਨ ਨੂੰ ਜਿਹੜਾ ਹੈਗਾ 84 ਲੱਖ ਜੂਨਾਂ ਦੇ ਵਿੱਚੋਂ ਸਭ ਤੋਂ ਸਿਖਰਲਾ ਡੰਡਾ ਮਿਲ ਗਿਆ। ਕਹਿੰਦੇ ਹੁਣ ਜਿਹੜਾ ਹੈਗਾ ਉਸ ਰਾਮ ਨੂੰ, ਉਹ ਜਿਹੜਾ ਸਾਰਿਆਂ ਦੇ ਵਿੱਚ ਰਮਿਆ ਹੋਇਆ ਆ, ਉਹ ਰਾਮ ਮੰਮੇ ਨੂੰ ਔਂਕੜ ਲੱਗੀ ਹੋਈ ਆ। ਰਾਮ ਤਾਂ ਕਿਸੇ ਦਾ ਵੀ ਨਾਮ ਹੋ ਸਕਦਾ, ਦਸ਼ਰਥ ਦਾ ਬੇਟਾ ਉਹ ਵੀ ਰਾਮ ਹੈਗਾ, ਹੋਰ ਵੀ ਜਿਹੜੇ ਹੈਗੇ ਕੋਈ ਵੀ ਨਾਮ ਰਾਮ ਰੱਖ ਸਕਦਾ ਹੈ। ਜਿਹੜੇ ਕਹਿੰਦੇ ਭਾਈ ਉਹ ਰਾਮ ਜਿਹੜਾ ਜਲ ਥਲ ਪੂਰਨ ਸੋਏ, ਜਲ ਦੇ ਵਿੱਚ, ਥਲ ਦੇ ਵਿੱਚ, ਆਕਾਸ਼ ਦੇ ਵਿੱਚ, ਹਰ ਜਗ੍ਹਾ 'ਤੇ ਪੂਰਨ ਰੂਪ ਦੇ ਵਿੱਚ ਰਮਿਆ ਹੋਇਆ ਆ। ਉਸ ਰਾਮ ਨੂੰ ਜਪੋ, ਉਸ ਰਾਮ ਨੂੰ ਯਾਦ ਕਰੋ, ਉਸ ਰਾਮ ਦਾ ਧਿਆਨ ਕਰੋ। ਆਹੀ ਜਿਹੜੀ ਹੈਗੀ ਮਾਲਕ ਨੇ ਇੱਕ ਨਿਕਲਣ ਦਾ ਜਿਹੜਾ ਹੈਗਾ ਨਿਕਲਣ ਦਾ ਰਾਹ ਰੱਖਿਆ ਹੋਇਆ ਹੈ ਭਾਈ। ਇਹੀ ਹੈ ਭਾਈ ਜਿਹੜੀ ਪੱਧਰਾ ਰਸਤਾ ਹੈ ਨਿਕਲਣ ਦਾ। ਉਹ ਮਾਲਕ ਨੂੰ ਯਾਦ ਕਰਨਾ, ਸੱਚ ਨੂੰ ਜੀਵਨ 'ਚ ਲੈ ਕੇ ਆਉਣਾ, ਆਪਣੀ ਆਤਮਾ ਦੇ ਤਲ ਦੇ ਉੱਤੇ ਜੀਣਾ। ਰਾਮ ਜਪੋ ਵੱਡ ਭਾਗੀ ਹੋ, ਜਲ ਥਲ ਪੂਰਨ ਸੋਏ। ਨਾਨਕ ਨਾਮ ਧਿਆਇਐ ਬਿਗਨ ਨਾ ਲਾਗੇ ਕੋਏ। ਕਹਿੰਦੇ ਜਿਹੜਾ ਵੀ ਇਨਸਾਨ ਨਾਮ ਨੂੰ ਧਿਆਨ ਦੇ ਵਿੱਚ ਲੈ ਕੇ ਆਊਗਾ, ਜਿਹੜਾ ਵੀ ਇਨਸਾਨ ਨਾਮ ਹੈਗਾ ਆਪਣੇ ਅੰਦਰ, ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸਕਾ ਵਿਸ਼ਰਾਮ, ਉਹਦੇ ਵਾਸਤੇ ਜਿਹੜਾ ਹੈਗਾ ਨਾਮ ਧਨ ਚਾਹੀਦਾ ਹੈ। ਸਵਾਸ ਮਿਲਿਆ ਮੂਲ ਧਨ, ਇਹਦੇ ਨਾਲ ਆਪਾਂ ਨੇ ਨਾਮ ਧਨ ਇਕੱਠਾ ਕਰਨਾ ਹੈ। ਇਹ ਆ ਲਾਭ, ਸਭ ਤੋਂ ਲਾਭਦਾਇਕ ਕੰਮ। ਜਿਹੜਾ ਵੀ ਇਨਸਾਨ ਜਿਹੜਾ ਹੈਗਾ ਇਹ ਕੰਮ ਕਰਦਾ ਹੈ, ਨਾਨਕ ਨਾਮ ਧਿਆਇਐ ਬਿਗਨ ਨਾ ਲਾਗੇ ਕੋਏ, ਉਸ ਨੂੰ ਜਿਹੜਾ ਹੈਗਾ ਜੀਵਨ ਸਫਰ ਦੇ ਵਿੱਚ ਜਿਹੜਾ ਹੈਗਾ ਇਸ ਨਾਮ ਪਦਾਰਥ ਨੂੰ ਪਾਉਣ ਦੇ ਵਿੱਚ ਕੋਈ ਵੀ ਰੁਕਾਵਟ ਨਹੀਂ ਆਉਂਦੀ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਸਾਧ ਸੰਗਤ ਜੀ। ਦੇਖੋ ਉਹ ਕਹਿ ਰਹੇ ਨੇ ਕਿ ਰਾਮ ਜਪੋ ਵੱਡ ਭਾਗੀਓ। ਪਹਿਲੀ ਗੱਲ ਤੇ ਉਹ ਕਹਿ ਰਹੇ ਨੇ ਕਿ ਰਾਮ ਨੂੰ ਜਪੋ, ਤੁਸੀਂ ਚੰਗੇ ਕਰਮਾਂ ਵਾਲੇ ਜੋ। ਜੋ ਵੀ ਬੰਦਾ ਰਾਮ ਦਾ ਨਾਮ ਜਪਦਾ ਹੈ ਉਹ ਕਹਿੰਦੇ ਵਡਭਾਗੀ ਹੈ, ਵੱਡੇ ਭਾਗਾਂ ਵਾਲਾ ਹੈ। ਹਾਂ, ਆਪਾਂ ਤਾਂ ਵੱਡੇ ਭਾਗਾਂ ਵਾਲੇ ਕਹਿੰਦੇ। ਰਾਮ ਜਪੋ ਵੱਡ ਭਾਗੀ ਹੋ, ਵੱਡੇ ਭਾਗਾਂ ਵਾਲਿਓ ਤੁਸੀਂ ਰਾਮ ਨੂੰ ਜਪੋ। ਵੀ ਮਨੁੱਖ ਜੂਨ ਪਾਈ ਹੈ, ਇਸ ਤੋਂ ਵੱਡੇ ਭਾਗ ਕੀ ਹੋਣਗੇ। ਬਸ ਇਹ ਹੁਣ ਇਹਨੂੰ ਯੂਜ਼ ਕਰ ਲਓ, ਨਹੀਂ ਤਾਂ ਇਹ ਜਿਹੜੀ ਹੈਗੀ ਵੱਡੇ ਭਾਗਾਂ ਦਾ ਕੋਈ ਉਪਯੋਗ ਨਹੀਂ ਹੋਣਾ। ਹਾਂ, ਫਿਰ ਫਾਇਦਾ ਹੀ ਨਹੀਂ ਕੋਈ। ਵਡਭਾਗੀ ਤੇ ਇਹੋ ਹੀ ਆ ਕਿ ਆਪਾਂ ਲੋਕਾਂ ਨੂੰ ਕਹਿ ਨਹੀਂ ਦਿੰਦੇ ਯਾਰ ਉਹਦੇ ਤੇ ਬੜੇ ਚੰਗੇ ਭਾਗ ਆ, ਬੜਾ ਵਡਭਾਗੀ ਹੈ, ਉਹਦੇ ਤੇ ਮਤਲਬ ਉਹਦੇ ਚੰਗੇ ਭਾਗ ਆ, ਬਹੁਤ ਵਧੀਆ ਕੰਮ ਹੈ। ਇਸੇ ਤਰ੍ਹਾਂ ਗੁਰੂ ਜੀ ਕਹਿ ਰਹੇ ਨੇ ਕਿ ਵਡਭਾਗੀ ਹੋ ਜੇਕਰ ਤੁਸੀਂ ਮਨੁੱਖਾ ਸਰੀਰ ਪ੍ਰਾਪਤ ਕਰਕੇ ਤੇ ਰਾਮ ਦਾ ਨਾਮ ਜਪਦੇ ਹੋ, ਭਗਤੀ ਕਰਦੇ ਹੋ, ਧਿਆਨ ਸਿਮਰਨ ਕਰਦੇ ਹੋ। ਬਿਲਕੁਲ। ਫਿਰ ਕਹਿੰਦੇ ਨੇ ਕਿ ਕਿਹਦੀ ਭਗਤੀ ਫਿਰ ਅਗਲੇ ਬੰਨੇ ਕਰਨੀ ਆ? ਉਹ ਕਹਿੰਦੇ ਜਲ ਥਲ ਪੂਰਨ ਸੋਏ। ਜਿਹੜਾ ਜਲ ਥਲ ਤੇ ਪੂਰਨ ਹੈਗਾ, ਜਰਰੇ ਜਰਰੇ ਦੇ ਵਿੱਚ ਜੋ ਮੌਜੂਦ ਹੈ, ਬਿਲਕੁਲ ਉਹਦਾ ਨਾਮ ਜਪਣਾ ਹੈ, ਕਿਸੇ ਬੰਦੇ ਜਾਂ ਬੁੱਢੀ ਦਾ ਨਾਮ ਨਹੀਂ ਜਪਣਾ ਹੈ। ਫਿਰ ਅਗਲੇ ਬੰਨੇ ਕਹਿ ਰਹੇ ਨੇ ਨਾਨਕ ਨਾਮ ਧਿਆਈਏ ਬਿਗਨ ਲਾਗੇ ਕੋਈ। ਫਿਰ ਕਹਿੰਦੇ ਕਿ ਜਦੋਂ ਤੁਸੀਂ ਉਹਦੀ ਭਗਤੀ ਕਰਨੀ ਸ਼ੁਰੂ ਕਰਤੀ ਤੇ ਫਿਰ ਤੁਹਾਡੇ ਜੀਵਨ ਦੇ ਵਿੱਚ ਜਿਹੜੀਆਂ ਨਾ ਸਮੱਸਿਆਵਾਂ ਨੇ, ਵਿਘਨ ਨੇ, ਜੋ ਰੁਕਾਵਟਾਂ ਨੇ, ਉਹ ਤੁਹਾਨੂੰ ਉਹਨਾਂ ਤੋਂ ਮੁਕਤੀ ਮਿਲ ਜਾਏਗੀ। ਬਿਲਕੁਲ। ਹੁਣ ਦੇਖੋ ਜੀ, ਜਦੋਂ ਆਪਾਂ ਜਦੋਂ ਵਿਚਾਰ ਸੁਣਦੇ ਆ, ਇਹ ਵੀ ਭਗਤੀ ਹੈ, ਇਹ ਸੰਗਤ ਹੈ, ਇਹ ਸੰਗਤ ਹੈ। ਇਹਦੇ ਵਿੱਚ ਭਗਤੀ ਕਰਨ ਦੀ ਜਾਚ ਹੈ। ਭਗਤੀ ਕਰਨ ਨੂੰ ਉਤਸ਼ਾਹ ਜਿਹੜਾ ਹੈਗਾ, ਆਪਾਂ ਨੂੰ ਉਤਸ਼ਾਹ ਮਿਲਦਾ ਹੈ ਭਗਤੀ ਕਰਨ ਨੂੰ। ਨਹੀਂ ਤਾਂ ਮਨ ਐਸਾ ਹਰਾਮੀ ਹੈਗਾ ਕਿ ਇਹ ਭਗਤੀ ਕਰਨਾ ਪਸੰਦ ਹੀ ਨਹੀਂ ਕਰਦਾ।
ਹਾਂਜੀ ਹਾਂਜੀ ਬਸ ਆਹੀ ਗੱਲ ਹੈ। ਠੀਕ ਹੈ ਠੀਕ ਹੈ। ਹਾਂ, ਤੇ ਜੋ ਆਪਾਂ ਦੇਖੋ ਸਾਡੀ ਬੁੱਧੀ ਦੀ ਜਿਹੜੀ ਸਫਾਈ ਹੋਣੀ ਆ ਉਹ ਤੁਹਾਨੂੰ ਸੰਗਤ 'ਚ ਬਹਿ ਕੇ ਹੀ ਹੋਣੀ। ਨਾਮ ਜਪਣਾ ਇੱਕ ਅਲੱਗ ਚੀਜ਼ ਹੈ। ਦੇਖੋ ਦੋਨੋਂ ਚੀਜ਼ਾਂ ਇਕੱਠੀਆਂ ਨਹੀਂ ਚੱਲਣੀਆਂ। ਤੁਸੀਂ ਜੇਕਰ ਆਪਣੀ ਬੁੱਧੀ ਨੂੰ ਸਾਫ਼ ਕਰਨਾ ਹੈ ਤੇ ਉਹਦੇ ਲਈ ਤੁਹਾਨੂੰ ਸੰਗਤ ਹੀ ਕਰਨੀ ਪੈਣੀ ਹੈ। ਤੇ ਜਦੋਂ ਮਲੀਨਤਾ ਦੂਰ ਕਰਨੀ ਹੈ ਮਨ ਦੀ, ਚਿੱਤ ਦੀ, ਤੇ ਫਿਰ ਤੁਹਾਨੂੰ ਭਗਤੀ ਕਰਨੀ ਪੈਣੀ ਹੈ। ਬੁੱਧੀ ਦੀ ਮਲੀਨਤਾ ਨਿਜਰ ਸਾਹਿਬ ਸੰਗਤ ਦੀ ਦੂਰ ਹੋਣੀ ਜੀ। ਬਿਲਕੁਲ ਸਹੀ ਗੱਲ ਹੈ। ਬੁੱਧੀ ਦੀ ਮਲੀਨਤਾ ਜਿਹੜੀ ਹੈਗੀ, ਜੇ ਵਧੀਆ ਬੁੱਧੀ ਵਿਵੇਕ ਮਿਲੇਗੀ ਆਪਾਂ ਨੂੰ, ਜਿਹੜਾ ਹੈਗਾ ਆਪਣੇ ਤੋਂ ਉੱਚੀ ਮੱਤ ਮਿਲ ਜਾਏਗੀ ਤੇ ਉਹ ਬੁੱਧੀ ਸਾਫ਼ ਹੋ ਜਾਏਗੀ ਆਪਣੀ। ਹਾਂਜੀ ਬਿਲਕੁਲ ਠੀਕ ਆ। ਹੁਣ ਇੱਥੇ ਆਪਾਂ ਇੱਕ ਚੀਜ਼ ਨੂੰ ਸਮਝੀਏ ਸੰਗਤ ਜੀ, ਜਿੱਥੇ ਆ ਲਿਖਿਆ ਹੈ ਨਾਨਕ ਨਾਮ ਧਿਆਈਏ ਬਿਗੜ ਨਾ ਲਾਗੇ ਕੋਈ, ਤੇ ਫਿਰ ਜਿਹੜੇ ਬਿਗੜ ਨਹੀਂ ਹੁੰਦੇ, ਫਿਰ ਕੋਈ ਸਾਡੇ ਜੀਵਨ ਦੇ ਵਿੱਚ ਜੇ ਕੋਈ ਰੁਕਾਵਟ ਵੀ ਹੈ ਤੇ ਉਹ ਦੂਰ ਹੋ ਜਾਂਦੀ ਹੈ। ਹਾਂ, ਰੁਕਾਵਟ ਮਾਇਆ ਨੇ ਨਹੀਂ ਤਾਂ ਨਾਰਮਲੀ ਕੀ ਹੈ ਕਿ ਮਾਇਆ ਇਟਸੈਲਫ ਰੁਕਾਵਟ ਹੈ, ਇਹਨੇ ਭਗਤੀ ਕਰਨ ਨਹੀਂ ਦੇਣੀ। ਤੇ ਫਿਰ ਜਿਹੜਾ ਇਨਸਾਨ ਭਗਤੀ ਕਰਦਾ ਹੈ ਉਹਦੇ ਰਸਤੇ ਦੇ ਵਿੱਚ ਮਾਇਆ ਰੋੜੇ ਨਹੀਂ ਅਟਕਾਉਂਦੀ, ਕਿਉਂਕਿ ਉਹ ਮਾਲਕ ਨੂੰ ਯਾਦ ਕਰਨ ਲੱਗ ਗਿਆ ਜਿਹਨੇ ਮਾਇਆ ਬਣਾਈ ਹੈ। ਹਾਂਜੀ ਵੀਰ ਜੀ ਬਿਲਕੁਲ ਠੀਕ ਹੈ। ਇੱਥੇ ਜਿਹੜਾ ਮੇਨ ਮਕਸਦ ਹੈ ਉਹ ਹੈ ਸਾਡਾ ਮੁਕਤੀ ਨੂੰ ਪ੍ਰਾਪਤ ਕਰਨਾ, ਤੇ ਮੁਕਤੀ ਦੀ ਰੁਕਾਵਟ ਦੇ ਵਿੱਚ ਜਿਹੜਾ ਵਿਘਨ ਹੈ ਉਹ ਹੈ ਮਾਇਆ। ਬਿਲਕੁਲ, ਮਾਇਆ ਤੋਂ ਹੀ ਮੁਕਤੀ ਚਾਹੀਦੀ ਹੈ। ਹਾਂ, ਮਾਇਆ ਨੇ ਰੁਕਾਵਟ ਪਾਉਣੀ ਹੈ। ਮਾਇਆ ਤੋਂ ਭਾਵ ਇਹ ਜੋ ਵੀ ਕੁਝ ਦਿਖਾਈ ਦੇ ਰਿਹਾ ਹੈ ਇਹ ਸਭ ਕੁਝ ਮਾਇਆ ਹੈ। ਇਹਦੇ 'ਚ ਜੋ ਕੁਝ ਵੀ ਤੁਹਾਨੂੰ ਦਿਖਾਈ ਦੇ ਰਿਹਾ ਹੈ ਇਹ ਸਭ ਮਾਇਆ ਹੈ। ਮਾਇਆ ਤੋਂ ਭਾਵ ਇਹ ਬਿਨਸ ਜਾਏਗਾ, ਇਹ ਕੋਈ ਪਰਮਾਨੈਂਟ ਇਹਦਾ ਰੂਪ ਨਹੀਂ ਹੈ। ਹਰ ਚੀਜ਼ ਦਾ ਰੂਪ ਲਗਾਤਾਰ ਬਦਲ ਰਿਹਾ ਹੈ। ਸੋ ਅਸੀਂ ਭਗਤੀ ਕਿਹਦੀ ਕਰਨੀ ਆ? ਜਿਹੜਾ ਬਦਲਾਅ ਤੋਂ ਰਹਿਤ ਹੈ। ਦੇਖੋ ਜਿਹੜੀ ਬਾਣੀ 'ਚ ਵੀ ਕਿਹਾ ਕਿ ਜੇ ਤੁਸੀਂ ਮਾਈ ਕੀ ਕਰੇ ਜੋ ਪੂਜਾ, नर से नार होया उतरे, महामाई की पूजा करे नर से नार होया उतरे, भी नर तो नार बन के पैदा हो जाऊगा ਵੱਧ ਤੋਂ ਵੱਧ। ਹਾਂ, ਤੇ ਜੇਕਰ ਭਗਤੀ ਕਰਨੀ ਹੈ ਤੇ ਉਹ ਬ੍ਰਹਮ ਦੀ ਕਰਨੀ ਹੈ, ਉਸ ਬ੍ਰਹਮ ਦੀ ਕਰਨੀ ਹੈ ਜਿਹੜਾ ਰਮਿਆ ਹੋਇਆ ਹੈ, ਰਾਮ, ਜਿਹੜਾ ਉਹ ਪਰਮਾਤਮਾ ਜਿਹਦਾ ਕੋਈ ਰੂਪ ਨਹੀਂ, ਜਿਹਦਾ ਕੋਈ ਰੰਗ ਨਹੀਂ, ਜਿਹਦੀ ਕੋਈ ਰੀਤ ਨਹੀਂ, ਜਿਹੜਾ ਹਮੇਸ਼ਾ ਹਮੇਸ਼ਾ ਰਹਿਣ ਵਾਲਾ ਹੈ, ਜਿਹੜਾ ਸਰਵ ਵਿਆਪਕ ਹੈ, ਜੋ ਬਦਲਾਅ ਤੋਂ ਰਹਿਤ ਹੈ ਆਤਮਾ। ਤੇ ਹਾਂਜੀ ਇਹ ਚੀਜ਼ ਹੈ। ਹਾਂਜੀ ਅੱਗੇ ਚਲੀ ਨਿਜਰ ਸਾਹਿਬ। ਅੱਗੇ ਅਗਲਾ ਸ਼ਲੋਕ ਆ ਗਿਆ, ਮਹੱਲਾ ਪੰਜਵਾਂ। ਹੁਣ ਦੇਖੋ ਜੇ ਆਪਾਂ ਭਗਤੀ ਨਹੀਂ ਕਰਦੇ ਤੇ ਕਹਿੰਦੇ ਮਹਾਰਾਜ ਕਹਿੰਦੇ ਫਿਰ ਮਾਇਆ ਜਿਹੜੀ ਹੈਗੀ ਪੂਰੀ ਤਰ੍ਹਾਂ ਛਾ ਜਾਏਗੀ। ਮਾਇਆ ਨੇ ਰੁਕਾਵਟਾਂ ਹੀ ਰੁਕਾਵਟਾਂ, ਬਿਲਕੁਲ ਮਾਇਆ ਨੇ ਆਪਣਾ ਬੇੜਾ ਬਿਲਕੁਲ ਆਪਣੇ ਉਹਦੇ ਸਵਾਦਾਂ ਦੇ ਵਿੱਚ ਆਪਣੀ ਲੋਰੀਆਂ ਦੇ ਜਾਣੀਆਂ ਔਰ ਆਪਾਂ ਨੂੰ ਜਿਹੜਾ ਹੈਗਾ ਜਾਗਣ ਨਹੀਂ ਦੇਣਾ ਮਾਇਆ ਨੇ। ਮਹੱਲਾ ਪੰਜਵਾਂ, ਕੋਟ ਬਿਗਨ ਤਿਸ ਲਾਗਤੇ ਜਿਸਨੂੰ ਵਿਸਰੈ ਨਾਉ। ਜਿਹਨੂੰ ਭਗਤੀ ਵਿਸਰ ਗਈ ਕਹਿੰਦੇ ਕਰੋੜਾਂ ਹੀ ਬਿਗਨ ਮਾਇਆ ਨੇ ਪਾਈ ਜਾਣੇ ਅੱਗੇ ਦੇ ਅੱਗੇ। ਨਾਨਕ ਅਨਦਿਨ ਬਿਲਪ ਤੇ ਜਿਉਂ ਸੂੰਝੇ ਘਰੇ ਕਾਉ। ਕਹਿੰਦੇ ਇਸ ਤਰੀਕੇ ਦੇ ਨਾਲ ਉਹ ਬਿਲਕਦੇ ਆ ਜਿਵੇਂ ਜਿਹੜਾ ਹੈਗਾ ਕਾਂ ਕਿਤੇ ਜਿਹੜਾ ਹੈਗਾ ਸੁੰਨੇ ਘਰ ਦੇ ਵਿੱਚ ਆ ਜਾਂਦਾ ਹੈ, ਜਿੱਥੇ ਕਿ ਉਹਨੂੰ ਇੱਕ ਦਾਣਾ ਵੀ ਜਿਹੜਾ ਹੈ ਕੋਈ ਨਾ ਪਾਣੀ ਤੇ ਨਾ ਖਾਣ ਦਾ ਕੋਈ ਚੀਜ਼ ਲੱਭਦੀ ਹੈ ਕਾਂ ਨੂੰ। ਹਾਂਜੀ ਵੀਰ ਜੀ। ਹਾਂਜੀ ਨਿਜਰ ਸਾਹਿਬ ਫਿਰ ਕਹਿੰਦੇ ਕੋਟ ਬਿਗਨ ਇਸ ਲਾਗ ਤੇ ਜਿਸ ਨੂੰ ਵਿਸਰੇ ਨਾ। ਹੁਣ ਦੇਖੋ ਜਿਹੜੇ ਬੰਦੇ ਨੇ ਆਪਣੇ ਜੀਵਨ ਦੇ ਵਿੱਚ ਮੁਕਤੀ ਨੂੰ ਛੱਡਤਾ ਹੈ ਤੇ ਕੱਲਾ ਉਹਨੇ ਆਪਣੇ ਸੰਸਾਰ ਨੂੰ ਹੀ ਦੇਖਿਆ, ਸੰਸਾਰ ਦੇ ਵਿੱਚ ਹੀ ਆਪਣਾ ਜੀਵਨ ਬਤੀਤ ਕੀਤਾ, ਪਦਾਰਥਾਂ ਨੂੰ ਭੋਗਦਾ ਰਿਹਾ, ਤੇ ਉਹ ਆਖਰ ਦੇ ਵਿੱਚ ਜਦੋਂ ਸੰਸਾਰ ਤੋਂ ਜਾਂਦਾ ਹੈ ਨਾ ਤੇ ਉਹਨੂੰ ਲੱਗਦਾ ਹੈ, ਪਤਾ ਲੱਗ ਜਾਂਦਾ ਉਹਨੂੰ ਕਿ ਮੈਂ ਕਾਫੀ ਵੱਡਾ ਨੁਕਸਾਨ ਕਰ ਲਿਆ। ਬਿਲਕੁਲ। ਫਿਰ ਉਹ ਦੂਜਿਆਂ ਨੂੰ ਦੱਸਣ ਦੀ ਵੀ ਕੋਸ਼ਿਸ਼ ਕਰੇ ਨਾ ਕਿ ਬਈ ਤੁਸੀਂ ਏਦਾਂ ਨਾ ਕਰਿਓ, ਤੇ ਅਗਲਿਆਂ ਨੇ ਕਹਿਣਾ ਬਈ ਪਹਿਲਾਂ ਤੂੰ ਦੇਖ, ਤੂੰ ਨਹੀਂ ਜੇਕਰ ਕਰ ਸਕਿਆ ਤੇ ਸਾਨੂੰ ਤੂੰ ਕਿਸ ਮੂੰਹ ਦੇ ਨਾਲ ਕਹਿ ਰਿਹਾ, ਕਿਉਂਕਿ ਉਹਨੇ ਆਪ ਤੇ ਗੇਮ ਹਾਰ ਗਿਆ ਨਾ। ਹੁਣ ਦੇਖੋ ਜਦੋਂ ਆਪਾਂ ਪਰਮਾਤਮਾ ਦਾ ਨਾਮ ਛੱਡ ਕੇ ਦੂਸਰੇ ਪਦਾਰਥਾਂ ਦੇ ਵਿੱਚ ਆਪਾਂ ਜੀਵਨ ਬਤੀਤ ਕਰਦੇ ਹਾਂ, ਪਦਾਰਥਾਂ ਤੋਂ ਭਾਵ ਇੱਥੇ ਖਾਣਾ ਪੀਣਾ ਬੰਦ ਨਹੀਂ ਕਰਨਾ, ਘਰ ਬਾਰ ਦਾ ਤਿਆਗ ਨਹੀਂ ਕਰਨਾ,
ਮਤਲਬ ਕੁਝ ਇਦਾਂ ਦਾ ਕੰਮ ਕਰਦੇ ਆ ਜਿਹੜਾ ਧਰਮ ਦੇ ਬਿਲਕੁਲ ਵਿਪਰੀਤ ਆ, ਧਰਮ ਦੇ ਉਲਟ ਆ। ਤੇ ਫਿਰ ਕੀ ਹੁੰਦਾ ਹੈ, ਫਿਰ ਉਹ ਕਹਿੰਦੇ ਆ ਕਿ ਉਸ ਬੰਦੇ ਨੂੰ ਨਾ ਕਰੋਨਾ ਵਿਘਨ ਜਿਹੜੇ ਨੇ ਉਹ ਰੋਕ ਲੈਂਦੇ ਨੇ। ਕਿਉਂ ਰੋਕ ਲੈਂਦੇ ਨੇ? ਕਿਉਂਕਿ ਉਹਨੇ ਪ੍ਰਮਾਤਮਾ ਨੂੰ ਛੱਡਤਾ ਹੈ, ਉਹਦੀ ਭਗਤੀ ਤੇ ਕੀਤੀ ਨਹੀਂ। ਹੁਣ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਫਿਰ ਇਹ ਹੋਰ ਉਹਦੇ ਜੀਵਨ ਚ ਆ ਜਾਂਦੇ। ਬਿਲਕੁਲ। ਉਦਾਂ ਤੇ ਸਾਡੀ ਮੁਕਤੀ ਸੀ ਇਹਨਾਂ ਤੋਂ, ਪਰ ਹੁਣ ਕੀ ਕੀਤਾ ਕਿ ਉਹਨੇ ਜਦੋਂ ਆਤਮਾ ਨੂੰ ਛੱਡਤਾ ਤੇ ਬਾਕੀ ਤੇ ਵਿਘਨ ਵਧਣੇ ਹੀ ਆ। ਕੋਈ ਵੀ ਚੀਜ਼ ਹੈ ਉਹਦਾ ਅਸਰ ਪ੍ਰਭਾਵ ਸਾਡੇ ਜੀਵਨ ਤੇ ਜ਼ਿਆਦਾ ਪਊ, ਕਿਉਂਕਿ ਮੇਨ ਤੇ ਆਪਾਂ ਛੱਡਤਾ ਹੈ। ਹਾਂਜੀ ਮਿੱਤਰ ਸਾਹਿਬ, ਫਿਰ ਇਹਦੇ ਕਰਕੇ ਵਿਘਨ ਦਾ ਮਤਲਬ ਇਹ ਹੈ ਕਿ ਰੁਕਾਵਟਾਂ ਆਉਂਦੀਆਂ। ਫਿਰ ਉਹ ਬੰਦਾ ਕੀ ਕਰਦਾ ਕਿ ਛੋਟੀ ਜੂਨੀ ਦੇ ਗੁਰਜੀਤ ਜੀ ਤੁਹਾਡਾ ਮਾਈਕ ਔਨ। ਮੈਂ ਕਰਦਾ ਜੀ, ਮੈਂ ਵੀ ਦੇਖ ਰਿਹਾ ਸੀਗਾ। ਇਹਨਾਂ ਨੂੰ ਆਪ ਨੂੰ ਹੀ ਪਤਾ ਵੀ ਤੁਹਾਡਾ ਮਾਈਕ ਸੁਣ ਹੀ ਨਹੀਂ ਰਹੇ। ਨਹੀਂ, ਉਹਨਾਂ ਨੂੰ ਤੁਸੀਂ ਮਾਈਕ ਵੇਖੋ ਜੇ ਤੁਹਾਡੇ ਕੋਲ ਪਾਵਰ ਹੈ ਤਾਂ ਬੰਦ ਕਰਤਾ ਬੰਦ। ਠੀਕ ਹੈ। ਤੇ ਵਿਘਨ ਦਾ ਮਤਲਬ ਇਹੋ ਹੀ ਆ ਕਿ ਜਿਹੜਾ ਜੀਵਨ ਸੀ, ਜਿੱਥੇ ਆਪਾਂ ਪਹੁੰਚਣਾ ਸੀ, ਉਹਦੀ ਜਗ੍ਹਾ ਤੇ ਆਪਾਂ ਰੁਕਾਵਟਾਂ ਦੇ ਕਰਕੇ ਰਾਹ 'ਚ ਹੀ ਰੁਕ ਗਏ। ਔਰ ਉਹ ਕੰਮ ਕੀਤਾ ਨਹੀਂ ਆਪਾਂ। ਹਾਂਜੀ ਜੀ ਸਾਹਿਬ, ਅੱਗੇ ਚੁੱਕ ਬੋਲੋ। ਅੱਗੇ ਪੌੜੀ ਆ ਗਈ ਜੀ। ਸਿਮਰ ਸਿਮਰ ਦਾਤਾਰ, ਪੌੜੀ। ਸਿਮਰ ਸਿਮਰ ਦਾਤਾਰ ਮਨੋਰਥ ਪੂਰਿਆ। ਕਹਿੰਦੇ ਭਗਤੀ ਕਰਨ ਦੇ ਨਾਲ, ਧਿਆਨ ਸਿਮਰਨ ਕਰਨ ਦੇ ਨਾਲ ਉਹ ਮਾਲਕ ਪਰਮਾਤਮਾ ਨੂੰ ਮਿਲਣ ਦਾ, ਆਤਮਾ ਨੂੰ ਮਿਲਣ ਦਾ ਮਨੋਰਥ ਜਿਹੜਾ ਹੈਗਾ ਪੂਰਾ ਹੋ ਜਾਂਦਾ ਹੈ। ਇਹ ਮਾਇਆ ਤੋਂ ਮੁਕਤੀ ਮਿਲ ਜਾਂਦੀ ਹੈ। ਕਿਸ ਤਰ੍ਹਾਂ ਮਿਲਦੀ ਹੈ? ਸਿਮਰ ਸਿਮਰ ਦਾਤਾਰ, ਪਰਮੇਸ਼ਰ ਨੂੰ ਸਮਰਨ ਕਰਨ ਦੇ ਨਾਲ, ਆਪਣੀ ਆਤਮਾ ਤਲ 'ਤੇ ਜੀਣ ਦੇ ਨਾਲ, ਆਤਮਾ ਦੀ ਸੰਗਤ ਕਰਨ ਦੇ ਨਾਲ। ਇੱਛ ਪੁੰਨੀ ਮਨੇ ਆਸ ਗਏ ਵਿਸੂਰਿਆ। ਜਿਹੜੀ ਇੱਛਾ ਸੀਗੀ ਮਾਲਕ ਪਰਮਾਤਮਾ ਨੂੰ ਮਿਲਣ ਦੀ, ਆਤਮਾ ਨੂੰ ਦੇਖਣ ਦੀ, ਉਹ ਆਸ ਪੂਰੀ ਹੋ ਜਾਂਦੀ, ਇੱਛਾ ਪੂਰੀ ਹੋ ਜਾਂਦੀ ਹੈ। ਔਰ ਸਾਰੇ ਦੇ ਸਾਰੇ ਵਿਸੂਰੇ ਕਹਿੰਦੇ ਆ, ਦੁੱਖ ਜਿਹੜੇ ਹੈਗੇ ਉਹ ਚਲੇ ਜਾਂਦੇ ਆ। ਪਾਇਆ ਨਾਮ ਨਿਧਾਨ ਜਿਸ ਨੂੰ ਭਾਲਦਾ। ਹਾਂ ਦੇਖੋ, ਆਪਾਂ ਆਏ ਆ ਭਾਲਣ ਵਾਸਤੇ। ਇਹ ਮਨੁੱਖਾ ਜੂਨ ਦੇ ਵਿੱਚ ਜੇ ਨਾਮ ਪਦਾਰਥ ਮਿਲ ਗਿਆ ਤੇ ਮੁਕਤੀ ਮਿਲ ਜਾਏਗੀ, ਆਤਮ ਦਰਸ਼ਨ ਹੋ ਜਾਣਗੇ, ਪਰਮਾਤਮ ਦਰਸ਼ਨ ਹੋ ਜਾਣਗੇ। ਬਸ ਕਹਿੰਦੇ ਜਿਸ ਨਾਮ ਨੂੰ ਭਾਲਦਾ ਸੀਗਾ ਉਹ ਨਾਮ ਨੂੰ ਪਾ ਲਿਆ। ਪਾਇਆ ਨਾਮ ਨਿਧਾਨ, ਉਹ ਖਜ਼ਾਨਾ ਮਿਲ ਗਿਆ, ਅੰਮ੍ਰਿਤ ਮਿਲ ਗਿਆ। ਜਿਸ ਨੂੰ ਭਾਲਦਾ, ਜੋਤ ਮਿਲੀ ਸੰਗ ਜੋਤ ਰਹਾ ਘਾਲਦਾ। ਪਹਿਲਾਂ ਆਪ ਆਪਣੀ ਜੋਤ ਸਰੂਪ ਹੋ ਗਿਆ, ਫਿਰ ਜਿਹੜੀ ਜੋਤ ਉਸ ਪਰਮਾਤਮਾ ਦੀ ਜੋਤ ਦੇ ਵਿੱਚ ਮਿਲ ਗਈ। ਘਾਲਣਾ ਖਤਮ ਹੋ ਗਈ, ਰਹਾ ਘਾਲਦਾ। ਹੁਣ ਜਿਹੜਾ ਹੈਗਾ ਮਿਹਨਤ ਦੀ ਲੋੜ ਨਹੀਂ। ਜੋਤ ਮਿਲੀ ਸੰਗ ਜੋਤ। ਆ ਦੇਖੋ, ਇੱਕ ਇੱਕ ਸਟੈਪ ਬਾਈ ਸਟੈਪ ਲਿਖਿਆ ਹੋਇਆ ਭਾਈ। ਪੂਰੀ ਸਟੈਪ ਸ਼ੁਰੂ ਹੋਇਆ ਸਿਮਰਨ ਤੋਂ। ਸਿਮਰ ਸਿਮਰ ਦਾਤਾਰ ਮਨੋਰਥ ਪੂਰਿਆ। ਉਹ ਪਰਮੇਸ਼ਰ ਨੂੰ ਮਿਲਣ ਦਾ, ਆਤਮਾ ਦੇ ਦਰਸ਼ਨ ਕਰਨ ਦਾ, ਅੰਮ੍ਰਿਤ ਪੀਣ ਦਾ ਮਨੋਰਥ ਪੂਰਾ ਹੋ ਗਿਆ। ਇੱਛ ਪੁੰਨੀ ਮਨੇ ਆਸ, ਆਸ ਪੂਰੀ ਹੋ ਗਈ, ਇੱਛਾ ਪੂਰੀ ਹੋ ਗਈ ਜਿਹੜੀ ਮਨ 'ਚ ਆਸ ਸੀ। ਗਏ ਵਿਸੂਰਿਆ, ਦੁੱਖ ਚਲੇ ਗਏ। ਪਾਇਆ ਨਾਮ ਨਿਧਾਨ ਜਿਸ ਨੂੰ ਭਾਲਦਾ, ਉਹ ਅੰਮ੍ਰਿਤ ਖਜ਼ਾਨਾ ਮਿਲ ਪਿਆ ਜਿਹਨੂੰ ਭਾਲਦਾ ਸੀ। ਨੈਕਸਟ, ਜੋਤ ਮਿਲੀ ਸੰਗ ਜੋਤ ਰਹਾ ਘਾਲਦਾ। ਜੋਤੀ ਦੇ ਨਾਲ ਜੋਤ ਮਿਲ ਗਈ ਔਰ ਪਰਮੇਸ਼ਰ ਔਰ ਉਹ ਦੋਨੋਂ ਜਿਹੜੇ ਹੈਗੇ ਅਭਿਆਸੀ ਇੱਕ ਹੋ ਗਏ। ਜੋਤ ਮਿਲੀ ਸੰਗ ਜੋਤ ਰਹਾ ਘਾਲਦਾ। ਸੁਖ ਸਹਿਜ ਆਨੰਦ ਉੱਠੇ ਤਿਤ ਕਰੇ। ਉਸੇ ਘਰ ਦੇ ਵਿੱਚ ਸੁੱਖ ਹੈ, ਸਹਿਜ ਅਵਸਥਾ ਹੈ ਤੇ ਆਨੰਦ ਖੁਸ਼ੀਆਂ ਹੈਗੀਆਂ ਪਾਏ। ਆਵਣ ਜਾਣ ਰਹੇ ਜਨਮ ਨਾ ਤਹਾਂ ਮਰ। ਆ ਦੇਖ ਲਓ, ਕ੍ਰਿਸਟਲ ਕਲੀਅਰ ਲਿਖਿਆ ਹੈ ਪਾਏ ਵੀ ਜੂਨਾਂ ਦੇ ਵਿੱਚ ਨਹੀਂ ਜਾਊਗਾ, ਆਉਣਾ ਜਾਣਾ ਖਤਮ ਹੋ ਗਿਆ, ਜਨਮ ਮਰਨ ਖਤਮ ਹੋ ਗਿਆ। ਸਾਹਿਬ ਸੇਵਕ ਇੱਕ ਇੱਕ ਦ੍ਰਿਸ਼ਟਾਇਆ। ਦੇਖੋ, ਪਰਮਾਤਮਾ ਔਰ ਅਭਿਆਸੀ ਇੱਕ ਹੋ ਗਏ, ਇੱਕੋ ਹੀ ਦ੍ਰਿਸ਼ਟੀ ਆਉਣ ਲੱਗ ਗਏ। ਗੁਰ ਪ੍ਰਸਾਦ ਨਾਨਕ ਸੱਚ ਸਮਾਇਆ। ਇਹ ਸਾਰਾ ਸ਼੍ਰੇ ਕਿਹਨੂੰ ਜਾਂਦਾ ਹੈ? ਇਹ ਸਾਰਾ ਸ਼੍ਰੇ ਜਿਹੜਾ ਹੈਗਾ ਗੁਰੂ ਨੂੰ, ਬ੍ਰਹਮ ਗਿਆਨੀਆਂ ਨੂੰ, ਸਤਿਗੁਰੂ ਨੂੰ ਜਾਂਦਾ ਹੈ ਭਾਈ, ਜਿਨ੍ਹਾਂ ਨੇ ਜੀਵਨ ਦੇ ਵਿੱਚ ਸਹੀ ਰਸਤਾ ਦੱਸ ਦਿੱਤਾ। ਆ ਜਿਹੜੇ ਹੈਗੇ ਭੂਲ ਭੁਲਈਆ ਤੋਂ ਕੱਢ ਲਿਆ ਔਰ ਵਿਵੇਕ ਬੁੱਧੀ ਦੇ ਦਿੱਤੀ। ਬੁੱਧੀ ਜਿਹੜੀ ਹੈਗੀ ਆ ਉਹ ਪਹਿਲਾਂ ਮਲੀਨ ਸੀਗੀ,
ਪਤਾ ਹੀ ਨਹੀਂ ਸੀਗਾ ਸੱਚ ਕੀ ਹੈਗਾ, ਕੱਚ ਕੀ ਹੈਗਾ, ਕੀ ਕੰਮ ਕਰਨਾ ਹੈ, ਕਿੱਧਰ ਨੂੰ ਜਾਣਾ ਆ, ਕੀ ਲੈਣਾ ਆ, ਕੀ ਛੱਡਣਾ ਆ। ਇਹ ਸਾਰੀ ਜਿਹੜੀ ਹੈਗੀ ਗੁਰੂ ਨੇ ਜਿਹੜੀ ਹੈਗੀ ਗੁਰੂ ਦਾ ਪ੍ਰਸਾਦ ਹੋ ਗਿਆ। ਔਰ ਫਿਰ ਉਹਦੀ ਗੁਰੂ ਦੇ ਦੱਸੇ ਰਸਤੇ 'ਤੇ ਚੱਲ ਕੇ ਜਿਹੜਾ ਹੈਗਾ ਉਹ ਸੱਚ ਦੇ ਵਿੱਚ ਜੀਵ ਜਿਹੜਾ ਹੈਗਾ ਸਮਾ ਜਾਂਦਾ ਹੈ ਪਾਏ। ਉਹ ਸੱਚ, ਉਹ ਵੀ ਸੱਚ ਹੋ ਜਾਂਦਾ ਹੈ। ਜੋ ਮਾਲਕ ਹੈਗਾ ਹਮੇਸ਼ਾ, ਜਿਸ ਤਰ੍ਹਾਂ ਮਾਲਕ ਜਿਹੜਾ ਹੈਗਾ ਹਮੇਸ਼ਾ ਹੈ, ਉਹਦੀ ਹੋਂਦ ਹਮੇਸ਼ਾ ਹੈ ਮਾਲਕ ਪਰਮਾਤਮਾ ਦੀ, ਇਹ ਵੀ ਫਿਰ ਉਹ ਉਸ ਸੱਚ ਦਾ ਰੂਪ ਹੋ ਜਾਂਦਾ ਹੈ। ਹਾਂਜੀ ਗੁਰਪ੍ਰੀਤ ਸਾਹਿਬ, ਇਹ 21 ਪੌੜੀ ਹੈ, 21ਵੀਂ ਵਾਰ ਜਿਹੜੀ ਹੈਗੀ ਆ ਇਹ ਪੰਜਵੀਂ ਪਾਤਸ਼ਾਹੀ ਦੀ ਇੱਕ ਵਾਰ ਹੈਗੀ ਔਰ 2 ਲਿਖਿਆ ਹੋਇਆ। ਇਸ ਤੋਂ ਪਹਿਲਾਂ ਜਿਹੜੀ ਹੈਗੀ ਇੱਕ ਵਾਰ ਇਸ ਤੋਂ ਪਹਿਲਾਂ ਵੀ ਆਈ ਆ ਤੇ 2 ਵਾਰਾਂ ਹੋ ਗਈਆਂ। ਹਾਂਜੀ ਵੀਰ ਜੀ। ਹਾਂਜੀ ਸਹੀ ਹੈ ਜੀ। ਦੇਖੋ ਸਾਧ ਸੰਗਤ ਜੀ, ਪਹਿਲੀ ਗੱਲ ਤੇ ਉਹ ਸਮਝਾ ਰਹੇ ਨੇ ਕਿ ਸਿਮਰ ਸਿਮਰ ਦਾਤਾਰ ਮਨੋਰਥ ਪੂਰਿਆ। ਕਿ ਜਿਹੜਾ ਬੰਦਾ ਵੀ ਪ੍ਰਮਾਤਮਾ ਦੀ ਭਗਤੀ ਕਰਦਾ ਹੈ, ਉਹਦਾ ਧਿਆਨ ਸਿਮਰਨ ਕਰਦਾ ਹੈ, ਉਹਦੇ ਜੀਵਨ ਦਾ ਜਿਹੜਾ ਮੇਨ ਮਕਸਦ ਸੀ ਮੁਕਤੀ ਵਾਲਾ, ਉਹ ਪੂਰਾ ਹੋ। ਬਿਨਾਂ ਸਿਮਰਨ ਦੇ ਇਹ ਸਫ਼ਰ ਜਿਹੜਾ ਹੈ ਇਹ ਪੂਰਾ ਨਹੀਂ ਹੋ ਸਕਦਾ, ਮੁਕੰਮਲ ਨਹੀਂ ਹੋ ਸਕਦਾ। ਇੱਥੇ ਇਹ ਨਹੀਂ ਕਿਹਾ ਕਿ ਕੋਈ ਕਰਮ ਕਰੋ ਤੇ ਫਲਾਨਾ ਕੰਮ ਕਰ ਦੋਗੇ ਤੇ ਤੁਹਾਡਾ ਜਿਹੜਾ ਜੀਵਨ ਦਾ ਮਕਸਦ ਪੂਰਾ ਹੋ ਜਾਏਗਾ। ਉਹ ਕਹਿੰਦੇ ਨਹੀਂ, ਭਗਤੀ ਕਰਨ ਦੇ ਨਾਲ ਹੀ ਪ੍ਰਮਾਤਮਾ ਦੀ ਬੰਦੇ ਦਾ ਜੀਵਨ ਸਫਲ ਹੋ ਜਾਂਦਾ ਹੈ। ਬਾਰ-ਬਾਰ ਭਗਤੀ ਕਰਕੇ। ਠੀਕ ਹੈ। ਵੈਸੇ ਤੁਸੀਂ ਦੇਖਿਆ ਨਾ, ਲੋਕੀ ਕਈ ਏਦਾਂ ਦੀਆਂ ਗੱਲਾਂ ਕਰ ਦਿੰਦੇ ਨੇ, ਲੋਕੀ ਐਸੇ ਝੂਠੇ ਬਾਗ ਦਿਖਾ ਦਿੰਦੇ ਲੋਕਾਂ ਨੂੰ ਤੇ ਉਹ ਵਿਚਾਰੇ ਆਪਣਾ ਜੀਵਨ ਵਿਅਰਥ ਹੀ ਖਰਾਬ ਕਰ ਲੈਂਦੇ ਨੇ। ਜਿਹਨੂੰ ਤੁਸੀਂ ਕਹਿ ਲਓ ਕੋਈ ਨਕਲੀ ਗੁਰੂ ਐਰਾ ਵਗੈਰਾ ਏਦਾਂ ਦੇ ਬਣ ਜਾਂਦੇ। ਅਸਲ ਦੇ ਵਿੱਚ ਪਤਾ ਕੀ ਹੁੰਦਾ ਕਿ ਇਨਸਾਨ ਦੀ ਇੱਕ ਨਾ, ਤੁਸੀਂ ਵੇਖਿਆ ਹੋਣਾ ਉਹਦੀ ਸੋਚ ਕਿ ਜਿਹਨੂੰ ਕੋਲਡ ਟਾਕ ਕਹਿੰਦੇ ਆ, ਮਤਲਬ ਕਿ ਏਦਾਂ ਦੀਆਂ ਗੱਲਾਂ ਕਰਦੇ ਨੇ ਕਈ ਲੋਕ ਤੇ ਤੁਹਾਨੂੰ ਭਰਮਾ ਲੈਂਦੇ ਨੇ। ਜਿੱਦਾਂ ਨਾ ਪਹਿਲਾਂ ਵੇਖੋ ਤੁਹਾਡੇ ਘਰ 'ਚ ਨਾ ਪਹਿਲਾਂ ਜੋਗੀ ਆਊਗਾ, ਉਹ ਜੋਗੀ ਪਹਿਲਾਂ ਕਹਿੰਦੇ ਹੁੰਦੇ ਸੀ, ਮੈਨੂੰ ਅੱਜ ਵੀ ਉਹਨਾਂ ਦੀਆਂ ਗੱਲਾਂ ਚੇਤੇ ਆ। ਤੇ ਉਹਨਾਂ ਨੇ ਨਾ ਤੁਹਾਡੇ ਦਿਲ ਦੀ ਗੱਲ ਨੂੰ ਫੜਨਾ ਹੁੰਦਾ ਕਿ ਤੁਹਾਡੀ ਕੁੰਡੀ ਫਸੀ ਕਿੱਥੇ ਹੈ। ਉਹਨਾਂ ਨੇ ਕਹਿਣਾ ਬੱਚਾ ਪਾਣੀ ਪਿਆ ਦੇ ਯਾਰ। ਉਹਨੇ ਕਹਿਣਾ ਪਾਣੀ ਪਿਆਉਣਗੇ, ਕਮ ਸੇ ਕਮ ਅੰਦਰ ਬਹਾਉਣਗੇ ਤਾਂ ਹੀ ਗੱਲ ਬਣੂਗੀ। ਪਹਿਲਾਂ ਪਾਣੀ ਪਿਆ ਦਿੱਤਾ, ਫਿਰ ਉਹਨਾਂ ਕਹਿਣਾ ਕਿ ਤੂੰ ਬੰਦਾ ਬਹੁਤ ਵਧੀਆ ਯਾਰ, ਭਗਤ ਹੈ, ਸੇਵਾ ਕਰਦਾ ਹੈ ਸੰਤਾਂ ਦੀ, ਹੈਂ ਚੱਲ ਸੰਤ ਤੈਨੂੰ ਗੁਣ ਦੇਣਗੇ, ਏਦਾਂ ਕਰਕੇ ਹੁਣ ਤੂੰ ਚਾਹ ਪਿਆ। ਤੇ ਹੁਣ ਜਿੱਦਾਂ ਨਾਲ ਤੁਹਾਨੂੰ ਮਿੱਠੀ ਗੋਲੀ ਵੀ ਦੇ ਦਿੱਤੀ ਆ ਕਿ ਤੂੰ ਤੇ ਭਗਤਾਂ, ਤੂੰ ਤੇ ਸੇਵਾ ਕਰਦਾ ਹੈ ਸੰਤਾਂ ਦੀ, ਤੂੰ ਤੇ ਬਹੁਤ ਚੰਗਾ ਹੈਗਾ। ਔਰ ਐਸੀ ਗੱਲ ਸੁਣ ਕੇ ਦਿਲ ਕਿਦਾ ਨਹੀਂ ਪਿਘਲਦਾ ਨਿਜਰ ਸਾਹਿਬ। ਬਿਲਕੁਲ। ਫਿਰ ਅਗਲਾ ਚਾਹ ਬਣਾ ਕੇ ਲਿਆਉਂਦਾ, ਫਿਰ ਚਾਹ ਦੇ ਨਾਲ ਬਿਸਕੁਟ ਵੀ ਹੁੰਦੇ ਆ, ਖਾ ਲੈਂਦਾ ਅਗਲਾ, ਚਾਹ ਵੀ ਪੀ ਲੈਂਦਾ। ਹੁਣ ਉਹਨੂੰ ਪਤਾ ਲੱਗਦਾ ਵਾ ਕੀ ਗੱਲ ਬਣ ਗਈ ਹੈ। ਫਿਰ ਤੁਹਾਨੂੰ 2-3 ਵਧੀਆ ਗੱਲਾਂ ਕਰਨੀਆਂ। ਮੇਰੀ ਗੱਲ ਸੁਣ, ਤੂੰ ਬੰਦਾ ਬਹੁਤ ਚੰਗਾ ਵਾ, ਤੂੰ ਨਾ ਆਪਣਾ ਦਿਲ ਦਾ ਭੇਦ ਨਾ ਲੋਕਾਂ ਨੂੰ ਦਿਆ ਕਰ। ਬੰਦਾ ਪੁੱਛੇ ਅਸੀਂ ਕਿਹੜਾ ਪਾਕਿਸਤਾਨ ਤੇ ਬੰਬ ਸੁੱਟਣਾ ਜਿਹੜਾ ਲੋਕਾਂ ਨੂੰ ਦੱਸਦਾ ਹੈ। ਮਾੜਾ ਮੋਟਾ ਕੰਮ ਕਰਨਾ, ਦਿਹਾੜੀ ਆਪਾਂ ਦੱਪਾ ਕਰਨਾ, ਆਪਣਾ ਜੌਬ ਤੇ ਜਾਣਾ, ਛੋਟੇ ਮੋਟੇ ਕੰਮ ਤੇ ਆਪਣੇ ਫੈਮਿਲੀ ਮੈਂਬਰ ਨੂੰ 10 ਵੀ ਦਿੱਤੇ ਆ। ਬਾਕੀ ਇੱਕ ਗੱਲ ਹੈਗੀ ਆ ਕਿ ਤੂੰ ਜੋ ਵੀ ਕਰਦਾ ਹੈ ਨਾ, ਤੈਨੂੰ ਜਸ ਨਹੀਂ ਮਿਲਦਾ। ਜੇ ਜਸ ਤੇ ਗੁਰੂ ਨਾਨਕ ਪਾਤਸ਼ਾਹ ਨੂੰ ਨਹੀਂ ਮਿਲਿਆ, ਸਾਨੂੰ ਕਿੱਥੋਂ ਮਿਲ ਜਾਣਾ ਨਿਜਰ ਸਾਹਿਬ। ਬਿਲਕੁਲ। ਐਸੀਆਂ ਰਬੜ ਵਾਲੀਆਂ ਗੱਲਾਂ ਲਵੇਟ ਕੇ ਬੰਦੇ ਨੂੰ ਸੁੱਟਣੀਆਂ। ਫਿਰ ਤੂੰ ਕਰਨਾ ਕਿ ਤੂੰ ਪੈਸਾ ਬਹੁਤ ਕਮਾਉਣਾ ਹੈ, ਪੈਸਾ ਤੇਰਾ ਟਿਕਦਾ ਨਹੀਂ। ਹੁਣ ਪੈਸਾ ਟਿਕੇ ਕਿੱਥੇ, ਕੰਮ ਵੀ ਤੇ ਕਰਨੇ, ਬੱਚਿਆਂ ਦੀਆਂ ਫੀਸਾਂ ਦੇਣੀਆਂ। ਇਹ ਥੋੜੀ ਨਾ ਬੈਂਕ 'ਚ ਜਮਾ ਕਰਾ ਦਈਏ ਤੇ ਮੁੜ ਕੇ ਉਹਨੂੰ ਕੱਢੀਏ ਹੀ ਨਾ। ਤੇ ਜੀਵਨ ਕਿੱਦਾਂ ਚੱਲਣਾ, ਕੱਪੜਾ ਲੱਤਾ ਵੀ ਲੈਣਾ, ਬਿੱਲ ਵੀ ਤਾਰਨੇ, ਇਹ ਕਿਸ਼ਤਾਂ ਕਿਹਨੇ ਦੇਣੀਆਂ। ਏਦਾਂ ਦੀਆਂ ਗੱਲਾਂ ਕਰ ਕਰਕੇ ਇਨਸਾਨ ਨੂੰ ਭਰਮਾ ਲੈਂਦੇ ਨੇ ਲੋਕ। ਉਹਨੇ ਵੇਖਣਾ ਹੈ, ਪਹਿਲੀ ਗੱਲ ਤੇ ਏਦਾਂ ਦੀ ਗੱਲ ਕਰਨੀ ਆ ਕਿ 4-5 ਗੱਲਾਂ ਤੁਹਾਨੂੰ ਕਹਿਣੀਆਂ, ਉਹ ਚੋਂ ਇੱਕ ਗੱਲ ਦੀ ਗੱਲ ਜੇ ਗਲਤ ਵੀ ਹੈਗੀ ਨਾ ਤੇ ਤੁਸੀਂ ਆਪਣੇ ਕੋਲੋਂ ਹੀ ਦੱਸ ਦੇਣਾ ਨਿਜਰ ਸਾਹਿਬ। ਤੇ ਫਿਰ ਉਹ ਤੁਹਾਡੀ ਗੱਲ ਫੜ ਕੇ ਤੇ ਉਹਨੇ ਲਪੇਟਣਾ ਸ਼ੁਰੂ ਕਰਨਾ। ਤੇ ਇਸੇ ਤਰ੍ਹਾਂ ਕਈ ਲੋਕ ਜੀਵਨ ਆਪਣਾ ਜਿਹੜਾ ਹੁੰਦਾ ਵਾ ਉਹਨੂੰ ਖਰਾਬ ਕਰਦੇ, ਕਿਉਂਕਿ ਇਨਸਾਨ ਨੂੰ ਪਹਿਲਾਂ ਹੀ ਐਸੀਆਂ ਚੀਜ਼ਾਂ ਦੱਸ ਦੇਣੀਆਂ। ਇਹ ਸੰਤ ਲੋਕ ਵੀ ਏਦਾਂ ਹੀ ਕਰਦੇ ਨੇ ਨਿਜਰ ਸਾਹਿਬ, ਨਕਲੀ ਸੰਤ। ਬਿਲਕੁਲ। ਉਹ ਏਦਾਂ ਦੀਆਂ ਗੱਲਾਂ ਭਰਮਾਉਣ ਵਾਲੀਆਂ ਕਰਨਗੇ, ਫਿਰ ਐਸੀਆਂ ਗੱਲਾਂ ਕਰਕੇ ਗੱਲਾਂ ਬਾਰ-ਬਾਰ ਇੱਕ ਗੱਲ ਨੂੰ ਕਹਿ ਕੇ ਇਸੇ ਤਰ੍ਹਾਂ ਬੰਦਿਆਂ ਨੂੰ ਭਰਮਾ ਦਿੰਦੇ ਆ। ਫਿਰ ਉਹ ਜਿਹੜੀ ਨਕਲੀ ਸਬਜ਼ ਬਾਗ ਦਿਖਾਏ ਹੁੰਦੇ ਆ,
ਉਹ ਬੰਦਾ ਸੋਚਦਾ ਕਿ ਹੁਣ ਇੱਥੇ ਮਗਰ ਜਾਣ ਦੇ ਨਾਲ ਹੀ ਮਿਲ ਜਾਣ। ਅੱਜ ਤੁਸੀਂ ਇੰਡੀਆ ਦੇ ਵਿੱਚ ਤੁਸੀਂ ਕਿਸੇ ਵੀ ਘਰ 'ਚ ਜਾ ਕੇ ਦੇਖੋ, ਉਹ ਬੰਦਾ ਕਿਸੇ ਬਾਬੇ ਨਾਲ ਜਾਂ ਬਾਬੀ ਦੇ ਨਾਲ ਜੁੜਿਆ। ਕਿਉਂ ਜੁੜਿਆ? ਕਿਉਂਕਿ ਉਹ ਇੱਥੇ ਕਹਿ ਦਿੱਤਾ ਹੈ ਕਿ ਨਿਗੁਰੇ ਦਾ ਨਾਮ ਬੁਰਾ। ਐਸੀਆਂ ਤੁਕਾਂ ਸੁਣਾ ਕੇ ਨਿੱਜਰ ਸਾਹਿਬ ਬਿਲਕੁਲ ਤੇ ਬੰਦੇ ਨੂੰ ਡਰਾ ਦਿੰਦੇ ਆ। ਪਰ ਇਹ ਤੇ ਦੱਸਦੇ ਨਹੀਂ ਆ ਕਿ ਤੂੰ ਗੁਰੂ ਤੇ ਧਾਰਨ ਕਰ ਲਿਆ, ਪਰ ਤੇਰਾ ਜੀਵਨ ਤੇਰਾ ਜੀਵਨ ਉੱਚਾਉਣਾ ਚਾਹੀਦਾ ਵਾ। ਗੁਰੂ ਗਿਆਨ ਹੁੰਦਾ, ਕੋਈ ਬੰਦਾ ਬੁੱਢੀ ਨਹੀਂ ਹੁੰਦੀ। ਤੇ ਪਰ ਉਹ ਉੱਥੇ ਉਹ ਚੀਜ਼ ਦਾ ਜ਼ਿਕਰ ਨਹੀਂ ਕਰਦੇ। ਉਹ ਜ਼ਿਕਰ ਕਰਦੇ ਆ ਕਿ ਤੁਸੀਂ ਗੁਰੂ ਵਾਲੇ ਬਣ ਗਏ, ਬਸ ਹੁਣ ਤੁਸੀਂ ਮੁਕਤ ਜੋ। ਮੁੜ ਕੇ ਫਿਰ ਬਾਣੀ ਦੀਆਂ ਤੁਕਾਂ ਪੜ੍ਹ ਸੁਣਾ ਦੇਣੀਆਂ ਵਾ ਤੇ ਬੰਦੇ ਨੇ ਕਹਿਣਾ ਹਾਂ ਬਈ ਇਸ ਤੇ ਗੁਰੂਆਂ ਨੇ ਵੀ ਸਟੈਂਪ ਲਾ ਦਿੱਤੀ। ਪਰ ਗੁਰੂਆਂ ਨੇ ਏਦਾਂ ਦੀ ਕੋਈ ਗੱਲ ਕਹੀ ਨਹੀਂ ਨਾ। ਗੁਰੂ ਜਿਹੜਾ ਵਾ ਉਹ ਕਿਤੇ ਵੀ ਸਾਨੂੰ ਮਿਸਗਾਈਡ ਨਹੀਂ ਕਰਨਾ ਚਾਹੁੰਦੇ। ਜੇਕਰ ਇਹ ਗੱਲਬਾਤ ਹੁੰਦੀ ਤੇ ਗੁਰੂ ਨੇ ਆਪਣਾ ਨਾਂ ਕਿਉਂ ਨਹੀਂ ਲਿਖ ਦਿੰਦੇ? ਹਰ ਬਾਣੀ ਦੇ ਵਿੱਚ ਆਪਣਾ ਨਾਂ ਲਿਖਦੇ ਉਹਨਾਂ ਨੂੰ ਕੀ ਪ੍ਰੋਬਲਮ ਸੀ? ਪਰ ਨਹੀਂ, ਉਹਨਾਂ ਨੇ ਇਸ ਚੀਜ਼ ਨੂੰ ਹਮੇਸ਼ਾ ਹੀ ਪਰੇ ਰੱਖਿਆ ਕਿ ਇਹ ਨਾ ਹੋਵੇ ਕਿ ਅਸੀਂ ਨਾਮ ਲਿਖ ਦਈਏ ਔਰ ਬਾਅਦ ਦੇ ਵਿੱਚ ਲੋਕ ਸਾਡੀ ਪੂਜਾ ਕਰਨੀ ਸ਼ੁਰੂ ਕਰ ਦੇਣ। ਇਹ ਸੱਚ ਆ। ਇਸੇ ਕਰਕੇ ਗੁਰੂ ਨਾਨਕ ਪਾਤਸ਼ਾਹ ਦਾ ਨਾਂ ਹੀ ਇਸਤੇਮਾਲ ਕੀਤਾ ਕਿ ਕਿਤੇ ਪਤਾ ਨਾ ਕਿ ਪਹਿਲਾਂ ਵੀ ਇੱਕ ਲਕੀਰ ਮਿਟਾਈ ਆ ਤੇ ਇਹ ਨਾ ਹੋਵੇ ਕਿ ਨਵੀਂ ਲਕੀਰ ਖਿੱਚੀ ਜਾਵੇ। ਨਿੱਜਰ ਸਾਹਿਬ ਬਿਲਕੁਲ ਉਹ ਨਹੀਂ ਉਹਦਾ ਖਿੱਚੀ ਤੇ ਲੋਕਾਂ ਨੇ ਖਿੱਚੀ ਹੈ। ਫਿਰ ਏਦਾਂ ਦੀਆਂ ਚੀਜ਼ਾਂ ਤੁਹਾਡੇ ਤੁਸੀਂ ਵੇਖ ਲਓ, ਰਿਆਇਤ ਮਰਿਆਦਾ ਜਿੰਨਾਂ ਨੇ ਪਾ ਦੇਣੀਆਂ ਤੇ ਉਹਦਾ ਰਿਜ਼ਲਟ ਕੁਛ ਵੀ ਨਹੀਂ ਹੈ। ਬਸ ਇਹ ਆ ਕਿ ਤੁਸੀਂ ਇੱਕ ਵੱਡੀ ਸੰਸਥਾ ਦਾ ਹਿੱਸਾ ਬਣ ਜਾਓਗੇ। ਹਰ ਕੋਈ ਬੰਦਾ ਨਾ ਹਰ ਥਾਂ ਤੇ ਜੁੜਿਆ ਹੈ ਔਰ ਉਹਦੇ ਲਈ ਧਰਮ ਕੇਵਲ ਉਹ ਲੋਕ ਨੇ ਜਿਹੜੇ ਉਸ ਧਰਮ ਨੂੰ ਫੋਲੋ ਕਰਦੇ ਆ। ਪਰ ਬਾਣੀ 'ਚ ਏਦਾਂ ਦੀ ਕੋਈ ਗੱਲ ਨਹੀਂ। ਬਾਣੀ ਤੋਂ ਭਾਵ ਕੋਈ ਵੀ ਇਨਸਾਨ ਜਿਹੜਾ ਚੰਗਾ ਸਾਫ਼ ਸੁਥਰਾ ਜੀਵਨ ਬਤੀਤ ਕਰਦਾ ਹੈ ਉਹ ਧਾਰਮਿਕ ਹੈ। ਭਾਵੇਂ ਉਹ ਦੇਖੋ ਉਹ ਕਾਲਾ ਹੈ, ਪੀਲਾ ਹੈ, ਨੀਲਾ ਹੈ, ਹਰਾ ਹੈ, ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਦੇਖੋ ਗੁਰੂ ਨਾਨਕ ਪਾਤਸ਼ਾਹ ਨੇ ਇਸ ਗੱਲ ਨੂੰ ਬੜੀ ਚੰਗੀ ਤਰ੍ਹਾਂ ਸਮਝਾਇਆ ਸੀ। ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਇੱਕ ਨੂਰ ਤੇ ਸਭ ਤੇ ਪੁੱਜਿਆ ਕੌਣ ਭਲੇ ਕੋ ਮੰਦੇ। ਉਹ ਬਾਣੀ 'ਚ ਇਹੋ ਗੱਲ ਸਮਝਾਈ ਗਈ ਆ ਕਿ ਦੇਖ ਕਿਸੇ ਦੇ ਧਰਮ 'ਚ ਬੱਚੇ ਨੇ ਪੈਦਾ ਹੋਣਾ, ਮੁਸਲਮਾਨ ਘਰ 'ਚ ਪੈਦਾ ਹੋ ਤੇ ਨੈਚੁਰਲੀ ਉਹ ਮੁਸਲਮਾਨ ਹੀ ਹੋਣਾ। ਉਹਦੇ ਤੇ ਉਹਦਾ ਜ਼ੋਰ ਜ਼ਬਰਦਸਤੀ ਨਹੀਂ ਹੈਗਾ। ਉਹਦਾ ਰੂਪ ਵੀ ਖਾਸ ਕਰਕੇ ਭਾਵੇਂ ਜਿੱਦਾਂ ਦਾ ਮਰਜ਼ੀ ਰੂਪ ਹੋਵੇ, ਪਰ ਆਪਣੀ ਸੋਚ ਏਦਾਂ ਦੀ ਆ। ਆਪਾਂ ਲੋਕ ਕੀ ਕਰਦੇ ਆ ਕਿ ਥੋੜਾ ਜਿਹਾ ਉਹਦਾ ਆਕਾਰ ਨਹੀਂ ਵਧੀਆ, ਉਹਦੀ ਸ਼ਕਲ ਨਹੀਂ ਵਧੀਆ, ਜਾਂ ਉਹਦਾ ਰੰਗ ਥੋੜਾ ਡਾਰਕ ਹੋ ਗਿਆ ਤੇ ਆਪਾਂ ਉਹਨੂੰ ਇੱਕ ਅਲੱਗ ਨਜ਼ਰ ਨਾਲ ਦੇਖਦੇ। ਕਿਉਂ ਵੇਖਦੇ ਆ? ਕਿਉਂਕਿ ਸਾਡੇ ਮਨ 'ਚ ਇਹ ਗੱਲ ਬਿਠਾ ਦਿੱਤੀ ਹੈ ਕਿ ਜਿਹੜਾ ਬੰਦਾ ਸੋਹਣਾ ਹੈ ਉਹ ਜ਼ਿਆਦਾ ਵੈਲਿਊਏਬਲ ਹੈ, ਜਾਂ ਜਿਹਦੇ ਨੈਣ ਨਕਸ਼ ਜ਼ਿਆਦਾ ਵਧੀਆ ਨੇ ਉਹ ਜ਼ਿਆਦਾ ਵਧੀਆ ਹੈ। ਪਰ ਏਦਾਂ ਦੀ ਕੋਈ ਗੱਲਬਾਤ ਨਹੀਂ ਹੈਗੀ। ਗੁਰੂ ਨਾਨਕ ਪਾਤਸ਼ਾਹ ਜੀ ਨੇ ਇਸੇ ਕਰਕੇ ਸਾਨੂੰ ਸਮਝਾਇਆ ਕਿ ਉਹਨਾਂ ਦੇ ਵੱਸ ਦੀ ਗੱਲ ਥੋੜੀ ਹੈ। ਨਿੱਜਰ ਸਾਹਿਬ ਹੁਣ ਮੈਂ ਆਪਣਾ ਰੂਪ ਕਿੱਥੋਂ ਬਦਲਦਾ? ਬਿਲਕੁਲ। ਪਰ ਸਮਾਜ ਏਦਾਂ ਹੀ ਕਰਦਾ ਵਾ। ਸਮਾਜ ਸਾਰੀ ਜ਼ਿੰਦਗੀ ਉਹਨੂੰ ਇਗਨੋਰ ਕਰਦਾ। ਉਹ ਵਿਚਾਰਾ ਕੁਛ ਵੀ ਨਹੀਂ ਕਰ ਸਕਦਾ ਉੱਥੇ। ਹੁਣ ਉਹ ਨਾ ਤੇ ਆਪਣੇ ਘਰ ਪਰਿਵਾਰ ਨੂੰ ਬਦਲ ਸਕਦਾ, ਨਾ ਆਪਣੇ ਮਾਂ-ਬਾਪ ਨੂੰ ਬਦਲ ਸਕਦਾ। ਕਿੱਥੋਂ ਬਦਲ ਦਊਗਾ? ਹੁਣ ਜਿੱਦਾਂ ਦੇ ਵੀ ਹੈਗੇ ਉਹਨੂੰ ਐਕਸੈਪਟ ਕਰਨਾ ਪੈਣਾ। ਪਰ ਇਹ ਉਹ ਚੀਜ਼ ਹੈ, ਆਪਾਂ ਨੂੰ ਹਮੇਸ਼ਾ ਹੀ ਪਿਆਰ ਨਾਲ ਜੀਵਨ ਬਤੀਤ ਕਰਨਾ ਚਾਹੀਦਾ। ਦੇਖੋ ਜਿਹੜੀ ਨਫ਼ਰਤ ਹੈ ਨਾ ਤੁਹਾਡੇ ਅੰਦਰ ਹੁੰਦੀ ਹੈ। ਤੁਸੀਂ ਦੇਖੋ ਜਦੋਂ ਵੀ ਆਪਾਂ ਈਰਖਾਬਾਜ਼ੀ ਕਰਦੇ ਹਾਂ ਤੇ ਹਮੇਸ਼ਾ ਹੀ ਆਪਾਂ ਦੂਸਰੇ ਤੋਂ ਨਫ਼ਰਤ ਕਰਦੇ ਹਾਂ। ਔਰ ਨਫ਼ਰਤ ਨੂੰ ਖਤਮ ਕਰਨ ਦਾ ਕੇਵਲ ਇੱਕੋ ਤਰੀਕਾ ਹੈ, ਉਸ ਇਨਸਾਨ ਨੂੰ ਪਿਆਰ ਕਰੋ। ਆਟੋਮੈਟਿਕਲੀ ਨਫ਼ਰਤ ਤੋਂ ਤੁਹਾਨੂੰ ਮੁਕਤੀ ਮਿਲਦੀ। ਦੇਖੋ ਜਿਹੜੀ ਨਫ਼ਰਤ ਹੈ ਨਾ, ਨਫ਼ਰਤ ਦੇ ਨਾਲ ਅਗਲੇ ਦਾ ਨੁਕਸਾਨ ਘੱਟ ਆ, ਸਾਡਾ ਆਪਣਾ ਜ਼ਿਆਦਾ ਹੈ। ਹੁਣ ਕਈ ਵਾਰੀ ਆਪਾਂ ਘਰਾਂ 'ਚ ਰਹਿੰਦੇ ਹਾਂ, ਆਪਾਂ ਇੱਕ ਦੂਜੇ ਨੂੰ ਪਸੰਦ ਨਹੀਂ ਕਰਦੇ। ਸ਼ੁਰੂ 'ਚ ਹੀ ਆਪਾਂ ਕੀ ਕਰਦੇ ਹਾਂ ਕਿ ਦੇਖੋ ਕੋਈ ਵੀ ਚੀਜ਼ ਹੁੰਦੀ ਜਦੋਂ ਰਿਸ਼ਤਾ ਨਵਾਂ ਜੁੜਦਾ ਹੈ ਨਾ, ਉਹਦੇ ਵਿੱਚ ਹੀ ਕੁਝ ਕੀਤਾ ਜਾ ਸਕਦਾ। ਜਦੋਂ ਰਿਸ਼ਤਾ ਥੋੜਾ ਜਿਹਾ ਪੁਰਾਣਾ ਹੋ ਜਾਂਦਾ ਹੈ ਤੇ ਫਿਰ ਦੁਬਾਰਾ ਜਦੋਂ ਕਿ ਦੇਖੋ ਕੰਧ 'ਚ ਦਰਾੜ ਆ ਜਾਂਦੀ ਹੈ ਨਾ, ਢੇੜ ਆ ਜਾਂਦੀ ਆ, ਉਹਨੂੰ ਖਤਮ ਕਰਨਾ ਬੜਾ ਔਖਾ। ਇਸ ਕਰਕੇ ਹਮੇਸ਼ਾ ਆਪਣੇ ਜੀਵਨ ਦੇ ਵਿੱਚ ਜਿਹੜੇ ਤੁਸੀਂ ਅੱਖਰ ਹੈ ਨਾ, ਅੱਖਰਾਂ ਦੇ ਵਿੱਚ ਬਹੁਤ ਸ਼ਕਤੀ ਹੈ। ਹੁਣ ਗੁਰੂਆਂ ਦੀ ਬਾਣੀ ਪੜ੍ਹਦੇ ਆ, ਹੈ ਤੇ ਅੱਖਰ ਹੀ ਸਾਰੇ, ਪਰ ਇਹਨਾਂ ਅੱਖਰਾਂ 'ਚ ਇੰਨੀ ਸ਼ਕਤੀ ਹੈ ਕਿ ਇੱਕ ਸਧਾਰਨ ਇਨਸਾਨ ਜਿਹੜਾ ਹੈ ਉਹ ਬ੍ਰਹਮ ਗਿਆਨੀ ਬਣ ਸਕਦਾ, ਉਹ ਆਪਣਾ ਜੀਵਨ ਸਫਲ ਕਰ ਸਕਦਾ ਜੇਕਰ ਆਪਾਂ ਇਹਨਾਂ ਅੱਖਰਾਂ ਦਾ ਸਹੀ ਤਰੀਕੇ ਨਾਲ ਇਸਤੇਮਾਲ ਕਰਦੇ ਹਾਂ। ਇਸੇ ਤਰ੍ਹਾਂ ਸਾਡਾ ਜੀਵਨ ਹੈ।
ਤੁਸੀਂ ਵੀ ਦੂਸਰਿਆਂ ਨਾਲ ਜਦੋਂ ਗੱਲਬਾਤ ਕਰਦੇ ਜੋ ਚੰਗੇ ਅੱਖਰਾਂ ਦਾ ਇਸਤੇਮਾਲ ਕਰੋ। ਮੈਨੂੰ ਨਾ ਕਈ ਵਾਰੀ ਫੋਨ ਆਉਂਦਾ, ਉਹ ਕਹਿੰਦੇ ਨੇ ਕਿ ਵੀ ਸਾਡੇ ਘਰ ਦੇ ਵਿੱਚ ਏਦਾਂ ਥੋੜਾ ਡਿਸਪਿਊਟ ਰਹਿੰਦਾ ਹੈ, ਲੜਾਈ ਝਗੜੇ ਹੁੰਦੇ ਆ। ਮੈਂ ਉਹਨਾਂ ਨੂੰ ਇੱਕੋ ਹੀ ਗੱਲ ਕਹੀ, ਦੇਖੋ ਪਤਾ ਕੀ ਆ, ਮੈਂ ਇੱਕ ਹੱਥ ਨਾਲ ਤਾਲੀ ਕਿਤੇ ਨਹੀਂ ਵੱਜਦੀ, ਉਹਦੇ ਵਿੱਚ 2-4% ਤੁਸੀਂ ਜ਼ਰੂਰ ਹਿੱਸਾ ਪਾਇਆ ਹੈ, ਕਿਉਂਕਿ ਬਿਨਾਂ ਕਾਰਨ ਦੇ ਤੇ ਕੁਝ ਵੀ ਨਹੀਂ ਹੋਏਗਾ। ਹੁਣ ਇੱਕ ਹੱਥ ਮਾਰੋ ਜਿੰਨਾ ਮਰਜ਼ੀ ਆਪਣੇ ਆਪ ਦੇ ਨਾਲ, ਤੇ ਆਵਾਜ਼ ਬਣਨੀ ਨਹੀਂ। ਹਮੇਸ਼ਾ ਸਾਊਂਡ ਕ੍ਰੀਏਟ ਕਰਨ ਦੇ ਲਈ ਉੱਥੇ 2 ਚੀਜ਼ਾਂ ਚਾਹੀਦੀਆਂ। ਮੰਨ ਲਓ 99% ਦੂਸਰੇ ਇਨਸਾਨ ਦੀ ਗਲਤੀ ਹੈ, ਪਰ ਜਿਹੜੀ ਤੀਲੀ ਲਾਉਣ ਦਾ ਕੰਮ ਹੈ ਨਿੱਜਰ ਸਾਹਿਬ, ਉਹ 1% ਅਸੀਂ ਉੱਥੇ ਕੀਤਾ ਹੁੰਦਾ। ਔਰ ਜਦੋਂ ਅਸੀਂ ਉਹ 1% ਨੂੰ ਪਿੱਛੇ ਖਿੱਚ ਲੈਂਦੇ ਹਾਂ ਨਿੱਜਰ ਸਾਹਿਬ, ਤੇ ਲੜਾਈ ਹੁੰਦੀ ਨਹੀਂ। ਬਿਲਕੁਲ। ਪਰ ਆਪਾਂ ਉਹਦੇ ਪਿੱਛੇ ਥੋੜੀ ਹੁੰਦੇ ਆ। ਆਪਾਂ ਤੇ ਸੋਚਦੇ ਹਾਂ ਕਿ ਉਦੋਂ ਸਾਡੇ ਅੰਦਰ ਉਹ ਹਉਮੈ ਪ੍ਰਗਟ ਹੋ ਜਾਂਦੀ ਹੈ, ਤੇ ਆਪਾਂ ਕਹਿੰਦੇ ਹਾਂ ਨਾ, ਜਾਂ ਤੂੰ ਗੱਲ ਕਹੀ ਕਿਉਂ। ਦੇਖੋ ਬਾਣੀ ਦੇ ਵਿੱਚ ਜਿਹੜੀ ਗੱਲ ਦੱਸੀ ਹੈ ਨਾ, ਦੇਖੋ ਬਾਣੀ ਦੇ ਵਿੱਚ ਸਾਡੇ ਜੀਵਨ ਨੂੰ ਉੱਚਾ ਕਰਨ ਲਈ ਸਮਝਾਇਆ। ਹੁਣ ਜਿਹੜੀ ਜੋਤੀ ਜੋਤ ਰਲਣੀ ਆ, ਉਹ ਕੇਵਲ ਐਵੇਂ ਨਹੀਂ ਹੈ ਕਿ ਗੁਰਦੁਆਰੇ ਮੱਥਾ ਟੇਕਿਆ ਤੇ ਜੋਤੀ ਨਾਲ ਜੋਤ ਰਲ ਜੂਗੀ। ਜੋਤੀ ਨਾਲ ਜੋਤ ਰਲਣੀ ਮਤਲਬ ਤੁਹਾਡੇ ਪਰਿਵਾਰ ਦੇ ਮੈਂਬਰ ਜਿਹੜੇ ਤੁਹਾਡੇ ਕਰੀਬੀ ਨੇ, ਉੱਥੋਂ ਗੱਲ ਸ਼ੁਰੂ ਹੋਣੀ ਹੈ ਨਿੱਜਰ ਸਾਹਿਬ ਪਹਿਲਾਂ। ਬਿਲਕੁਲ ਸਹੀ ਗੱਲ ਹੈ। ਦੇਖੋ ਪਤਾ ਕੀ ਹੁੰਦਾ, ਬੰਦਾ ਸੋਚਦਾ ਹੈ ਕਿ ਕਈ ਬੰਦੇ ਦੇਖੋ ਬੜੇ ਬਾਹਰ, ਉਹਨਾਂ ਦੀ ਬੜੀ ਬੱਲੇ ਬੱਲੇ ਹੁੰਦੀ ਹੈ, ਪਰ ਘਰ ਜਾ ਕੇ ਵੇਖੋ ਤੇ ਉਹਨਾਂ ਦੇ ਹਾਲਾਤ ਬਹੁਤ ਟਾਈਟ ਹੁੰਦੇ ਨੇ। ਉਹ ਘਰ ਦੇ ਤੇ ਜੀਵਨ ਸਾਥੀ ਨਾਲ ਨਹੀਂ ਬੰਦੇ ਦੀ ਗੱਲਬਾਤ ਬਣਦੀ ਹੈ ਨਾ। ਤੇ ਮੈਂ ਇੱਥੇ ਇਹ ਕਹਿਣਾ ਚਾਹੁੰਦਾ ਕਿ ਦੇਖੋ ਜਿਹੜੇ ਤੁਹਾਡੇ ਬਹੁਤ ਕਰੀਬੀ ਹਨ, ਤੁਹਾਡੇ ਬੱਚੇ ਹੈ, ਤੁਹਾਡੇ ਮਾਂ ਬਾਪ ਹੈ, ਤੁਹਾਡਾ ਪਤੀ ਹੈ, ਤੁਹਾਡੀ ਪਤਨੀ ਹੈ, ਇਹ ਜਿਹੜੇ ਬੜੇ ਰਿਸ਼ਤੇ ਕਰੀਬੀ ਨੇ, ਔਰ ਖਾਸ ਕਰਕੇ ਇਹਨਾਂ ਦੀ ਰਿਲੇਸ਼ਨ ਜਿਹੜੀ ਤੁਹਾਡੀ ਹੈ ਨਾ, ਤੁਹਾਡਾ ਰਿਸ਼ਤਾ ਹੈ, ਇਹ ਬੜਾ ਹੀ ਮਹੱਤਵਪੂਰਨ ਹੈ। ਇਹ ਚੀਜ਼ ਨੂੰ ਹਮੇਸ਼ਾ ਹੀ ਮਨ ਦੇ ਵਿੱਚ ਰੱਖੋ। ਔਰ ਇੱਥੇ ਤੁਹਾਡਾ ਇਮਤਿਹਾਨ ਹੈ, ਤੁਸੀਂ ਇੱਥੇ ਨਾ ਫੇਲ ਹੋ ਜਾਣਾ। ਇਹ ਬਾਹਰ ਫੇਲ ਹੋ ਜਾਣਾ ਨਿੱਜਰ ਸਾਹਿਬ, ਉਹ ਏਡਾ ਇੰਪੋਰਟੈਂਟ ਨਹੀਂ ਹੈਗਾ। ਕਿਉਂਕਿ ਆਪਾਂ ਹੋਏ ਕਿਤੇ, ਜਦੋਂ ਆਪਾਂ ਘਰੋਂ ਹੀ ਫੇਲ ਹੋ ਗਏ ਆ, ਤੇ ਬਾਹਰ ਪਾਸ ਹੋਣਾ ਤੇ ਬਹੁਤ ਔਖਾ। ਘਰ ਤਾਂ ਰੋਜ਼ ਫਿਰ ਘਰ ਦੇ ਵਿੱਚ ਤਾਂ ਕਾਫੀ ਜ਼ਿਆਦਾ ਟਾਈਮ ਸਪੈਂਡ ਕਰਦੇ ਆ ਨਾ ਆਪਾਂ। ਹਾਂ, ਤੇ ਇੱਥੇ ਨਿੱਜਰ ਸਾਹਿਬ ਅਕਸਰ ਦੇ ਵਿੱਚ ਨਾ ਕਈ ਵਾਰੀ ਦੇਖੋ, ਕਈ ਵਾਰੀ ਨਾ ਆਪਾਂ ਨੂੰ ਕਈਆਂ ਦੀਆਂ ਗੱਲਾਂ ਪਸੰਦ ਵੀ ਨਹੀਂ ਆਉਂਦੀਆਂ। ਤੇ ਦੇਖੋ ਉਹਦਾ ਕਾਰਨ ਇਹ ਨਹੀਂ ਆ ਕਿ ਉਹ ਬੰਦਾ ਗਲਤ ਆ। ਹਰ ਇੱਕ ਬੰਦੇ ਦੀ ਸੋਚਣ ਦੀ ਸ਼ਕਤੀ ਨਿੱਜਰ ਸਾਹਿਬ ਵੱਖਰੀ ਹੈ। ਬਿਲਕੁਲ ਵੱਖਰੀ ਹੈ। ਹਰੇਕ ਦੀ ਜਿਹੜੀ ਸੁਰਤ, ਮਤ, ਮਨ, ਬੁੱਧ, ਇਹ ਚਾਰੋਂ ਚੀਜ਼ਾਂ ਅਲੱਗ-ਅਲੱਗ ਹੁੰਦੀਆਂ। ਹਾਂ, ਔਰ ਤੁਸੀਂ ਆਪਣੀ ਬੁੱਧੀ ਦੇ ਨਾਲ ਉਹਨੂੰ ਕੰਪੇਅਰ ਨਹੀਂ ਕਰ ਸਕਦੇ। ਨਹੀਂ, ਯੂ ਕੈਨ ਨਾਟ। ਕਿਉਂਕਿ ਬਾਣੀ 'ਚ ਕਿਹਾ ਕਿ ਮੇਰੇ ਕਰਤੇ ਇੱਕ ਖੇਲ ਰਚਾਇਆ, ਕੋਈ ਨਾ ਕਿਸੇ ਜਿਹਾ ਉਪਾਇਆ। ਕਿ ਇੱਕ ਪ੍ਰਮਾਤਮਾ ਨੇ ਇੱਕ ਐਸੀ ਚੀਜ਼ ਤਿਆਰ ਕੀਤੀ ਆ, ਕੋਈ ਵੀ ਬੰਦਾ ਤੁਹਾਨੂੰ ਤੁਹਾਡੇ ਵਰਗਾ ਤੇ ਬਿਲਕੁਲ ਨਹੀਂ ਮਿਲਣਾ ਨਿੱਜਰ ਸਾਹਿਬ, ਨਹੀਂ ਮਿਲਣਾ ਜੀ। ਔਰ ਇੱਕ ਚੀਜ਼ ਹੈਗੀ ਆ, ਦੇਖੋ ਜਿਹੜਾ ਜੀਵਨ ਹੈ, ਜੀਵਨ ਵੈਸੇ ਟੌਪਿਕ, ਉਹ ਸਭ ਕਥਾ ਦਾ ਮਤਲਬ ਕੀ ਹੈ? ਇਹੋ ਹੀ ਕਥਾ ਵਾ, ਆਪਣੇ ਆਪ ਨੂੰ ਸਹੀ ਕਰੋ ਬਸ। ਬੁੱਲਾ ਸ਼ਾਹ ਵੀ ਕਹਿੰਦਾ ਕਿ ਮੈਂ ਆਪਣੇ ਆਪ ਨੂੰ ਸਹੀ ਕੀਤਾ, ਹੋਰ ਤੇ ਕੁਝ ਵੀ ਨਹੀਂ ਕੀਤਾ। ਬੰਦੇ ਨੇ ਆਪਣੇ ਆਪ ਨੂੰ ਹੀ ਸਹੀ ਕਰਨਾ। ਦੇਖੋ ਇੱਕ ਚੀਜ਼ ਸਮਝੋ ਆਪ, ਜਿਹੜਾ ਜੀਵਨ ਬੀਤ ਗਿਆ, ਜੇਕਰ ਤੇ ਉਸੇ ਲੀਕ ਦੇ ਉੱਤੇ ਤੁਸੀਂ ਜੀਵਨ ਬਤੀਤ ਕਰੋਗੇ, ਤੇ ਕੱਲ ਨੂੰ ਚਮਤਕਾਰ ਤੇ ਬਿਲਕੁਲ ਨਹੀਂ ਹੋਣਾ ਨਾ। ਬਿਲਕੁਲ ਸਹੀ ਗੱਲ ਹੈ। ਉਹ ਇੱਕ ਜ਼ਿੰਦਗੀ 'ਚ ਇੱਕ ਪੱਕੀ ਗੱਲ ਪਾਲੋ, ਭਾਵੇਂ ਤੁਸੀਂ ਕੁਝ ਵੀ ਕੀਤਾ, ਤੇ ਜੇਕਰ ਤੁਸੀਂ ਉਸੇ ਤਰ੍ਹਾਂ ਜੀਵਨ ਬਤੀਤ ਕਰਦੇ ਜੋ, ਤੇ ਰਿਜ਼ਲਟ ਜਿਹੜਾ ਉਹ ਬਦਲਣਾ ਨਹੀਂ ਜੇ, ਪਹਿਲੇ ਵਰਗਾ ਰਿਜ਼ਲਟ ਨਿਕਲਣਾ। ਬਿਲਕੁਲ। ਜੇ ਆਪਾਂ ਚਾਹੁੰਦੇ ਹਾਂ ਨਾ ਕਿ ਦੁਨੀਆ ਦੇ ਵਿੱਚ ਕੁਝ ਅਸੀਂ ਬਦਲਾਓ ਲਿਆਈਏ, ਤੇ ਸਭ ਤੋਂ ਪਹਿਲਾਂ ਨਿੱਜਰ ਸਾਹਿਬ ਬਦਲਾਓ ਸਾਨੂੰ ਆਪਣੇ ਆਪ 'ਚ ਲਿਆਉਣਾ ਪਊਗਾ। ਇਹ ਸ਼ੁਰੂਆਤ ਇਹ ਸਾਡੇ ਤੇ ਸ਼ੁਰੂ ਹੋਣੀ ਹੈ। ਦੇਖੋ ਜਦੋਂ ਅਸੀਂ ਸਹੀ ਹੋ ਗਏ ਨਾ, ਤੇ ਸੰਸਾਰ ਆਲਰੇਡੀ ਸਹੀ ਆ। ਇਹ ਕੇਵਲ ਸਾਡਾ ਜਿਹੜਾ ਦ੍ਰਿਸ਼ਟੀਕੋਣ ਹੈ, ਸਾਡਾ ਵੇਖਣ ਦਾ ਨਜ਼ਰੀਆ ਹੈ ਨਾ, ਉਹਦੀ ਪ੍ਰੋਬਲਮ ਹੈ। ਤੇ ਇਸ ਕਰਕੇ ਸ਼ੁਰੂਆਤ ਆਪਣੇ ਤੋਂ ਕਰੋ। ਜਿੱਥੇ ਜਿੱਥੇ ਤੁਹਾਨੂੰ ਲੱਗਦਾ ਹੈ ਇੰਪਰੂਵਮੈਂਟ ਦੀ ਲੋੜ ਆ, ਥੋੜਾ ਬਦਲਾਓ ਦਾ ਜ਼ਰੂਰੀ ਹੈ, ਬਦਲਾਓ ਲਿਆਉਣਾ, ਤੇ ਉਹ ਬਦਲਾਓ ਲਿਆਂਦਾ ਜਾਵੇ। ਔਰ ਜਦੋਂ ਆਪਾਂ ਥੋੜਾ ਥੋੜਾ ਆਪਣੇ 'ਚ ਬਦਲਾਓ ਲਿਆਉਂਦੇ ਹਾਂ, ਤੇ ਫਿਰ ਆਪਾਂ ਨਾ, ਸਾਡੀ ਜਿਹੜੀ ਸੋਚ ਹੈ ਨਾ, ਥੋੜੀ ਉੱਚੀ ਹੁੰਦੀ ਹੈ। ਅਸੀਂ ਜੋ ਵੀ ਅਗਲਾ ਬੰਦਾ ਬੋਲਦਾ ਹੈ, ਇਹ ਨਹੀਂ ਕਿ ਉਹ ਬੋਲਿਆ ਤੇ ਆਪਾਂ ਆਪਣੇ ਕੱਪੜਿਆਂ 'ਚੋਂ ਬਾਹਰ ਨਿਕਲ ਜਾਣਾ। ਸਾਡੇ ਕੋਲ ਟਾਈਮ ਹੈਗਾ,
ਅਸੀਂ ਚੀਜ਼ ਨੂੰ ਹੋਰ ਚੰਗੇ ਤਰੀਕੇ ਨਾਲ ਦੇਖ ਸਕਦੇ ਹਾਂ। ਇੱਕ ਤੇ ਸਾਨੂੰ ਇਹ ਚੀਜ਼ ਸਿੱਖਣ ਨੂੰ ਮਿਲਦੀ ਕਿ ਅਗਲਾ ਏਦਾਂ ਕਿਉਂ ਬੋਲ ਰਿਹਾ, ਕਾਰਨ ਕੀ ਹੈ, ਉਹ ਕਾਰਨ ਲੱਭੀਏ। ਅਕਸਰ ਵੇਖੋ ਘਰਾਂ ਦੇ ਵਿੱਚ ਲੜਾਈਆਂ ਹੁੰਦੀਆਂ ਨੇ, ਇਹ ਇਟਸ ਪਾਰਟ ਆਫ ਲਾਈਫ। ਲੜਨਾ ਵੀ ਜ਼ਰੂਰੀ ਹੈ। ਕਈ ਵਾਰੀ ਕਈ ਚੀਜ਼ਾਂ ਸਾਨੂੰ ਨਹੀਂ ਪਸੰਦ ਤੇ ਮਾੜਾ ਮੋਟਾ ਗੁੱਸਾ ਆਉਣਾ ਇਹ ਨਾਰਮਲ ਹੈ। ਹੁਣ ਬੱਚਾ ਵਾ, ਤੁਸੀਂ 4-5 ਵਾਰੀ ਨੂੰ ਕਿਹਾ ਕਿ ਪੁੱਤ ਆਹ ਕੰਮ ਨਾ ਕਰੋ, ਇਹ ਕੰਮ ਤੁਹਾਡੇ ਲਈ ਚੰਗਾ ਨਹੀਂ ਆ, ਅਗਲਾ ਨਹੀਂ ਮੰਨਦਾ ਤੇ ਥੋੜਾ ਜਿਹਾ ਵਜਨ ਪਾ ਕੇ ਗੱਲ ਨੂੰ ਕਹਿਣਾ ਹੁੰਦਾ ਤੇ ਉਹਦੇ 'ਚ ਆਪਾਂ ਥੋੜਾ ਜਿਹਾ ਗੁੱਸਾ ਕਰਦੇ ਹਾਂ, ਤੇ ਉਹਨੂੰ ਅਹਿਸਾਸ ਕਰਾਉਂਦੇ ਹਾਂ। ਗੁੱਸੇ ਤੋਂ ਭਾਵ ਹੈ ਕਿ 1-ਅੱਧਾ ਘੰਟਾ ਉਹਦੇ ਨਾਲ ਗੱਲ ਨਹੀਂ ਕਰਦੇ, ਗੱਲ ਕਹਿੰਦੇ ਆ ਜਿਹਦੇ ਕਰਕੇ ਉਹ ਮਹਿਸੂਸ ਕਰੇ ਕਿ ਬਈ ਕਿ ਪਾਪਾ ਜੀ ਪਸੰਦ ਨਹੀਂ ਹੈ ਜਾਂ ਮੰਮੀ ਨੂੰ ਪਸੰਦ ਨਹੀਂ ਹੈ। ਇਸੇ ਕਰਕੇ ਜ਼ਿੰਦਗੀ ਦੇ ਵਿੱਚ ਜਿਹੜਾ ਨਾ ਦੇਖੋ ਗੁੱਸਾ ਆਪਾਂ ਓਨਾ ਕਰਨਾ ਵਾ ਜਿੰਨਾ ਕੁ ਅਗਲਾ ਗੱਲ ਨੂੰ ਹਜਮ ਕਰੇ। ਲੋੜ ਤੋਂ ਜ਼ਿਆਦਾ ਕੋਈ ਵੀ ਚੀਜ਼ ਹੈ ਨਾ ਉਹ ਚੰਗੀ ਨਹੀਂ ਹੈਗੀ। ਕਈ ਲੋਕ ਏਦਾਂ ਕਰਦੇ ਨੇ, ਰਿਸ਼ਤੇ ਦੇ ਵਿੱਚ ਚਾਹੁੰਦੇ ਨੇ ਕਿ ਅਗਲਾ ਬੰਦਾ ਬਦਲ ਜਾਵੇ, ਅਗਲੇ ਬੰਦੇ ਦੇ ਵਿੱਚ ਕੋਈ ਕਮੀਆਂ ਨੇ, ਪੇਸ਼ੀਆਂ ਨੇ, ਹੁੰਦੀਆਂ ਨੇ ਨਾਰਮਲੀ, ਤੇ ਉਹ ਚਾਹੁੰਦਾ ਹੈ ਕਿ ਉਹ ਠੀਕ ਹੋ ਜਾਏ। ਪਰ ਉਹਦੇ 'ਚ ਕੀ ਕਰਦਾ ਹੈ ਕਿ ਉਹ ਲੋੜ ਤੋਂ ਜ਼ਿਆਦਾ ਇਫੋਰਟ ਕਰਦਾ ਹੈ, ਲੋੜ ਤੋਂ ਜ਼ਿਆਦਾ ਜ਼ੋਰ ਲਾ ਲੈਂਦਾ ਹੈ। ਉਹਦੇ ਨਾਲ ਕੀ ਹੁੰਦਾ ਹੈ, ਅਗਲਾ ਬੰਦਾ ਤੇ ਬਦਲਦਾ ਨਹੀਂ, ਰਿਸ਼ਤਾ ਵੀ ਟੁੱਟ ਜਾਂਦਾ। ਮਾਂ-ਬਾਪ ਦਾ ਫਰਜ਼ ਹੈ ਬੱਚਿਆਂ ਨੂੰ ਚੰਗੇ ਸੰਸਕਾਰ ਦੇਣੇ, ਉਹਨਾਂ ਨੂੰ ਸਮਝਾਉਣਾ। ਪਰ ਦੇਖੋ ਕੋਈ ਵੀ ਚੀਜ਼ ਹੈ ਨਾ ਇੱਕ ਸੀਮਾ ਦੇ ਵਿੱਚ ਕੀਤੀ ਹੀ ਸਹੀ। ਕਈ ਵਾਰੀ ਆਪਾਂ ਨਾ ਦੇਖੋ ਬੱਚੇ ਜਦੋਂ ਵੱਡੇ ਹੋ ਜਾਂਦੇ ਨਾ ਫਿਰ ਬੱਚਿਆਂ ਤੋਂ ਰਿਸ਼ਤੇ ਟੁੱਟ ਜਾਂਦੇ ਆ। ਕਿਉਂ ਟੁੱਟਦੇ ਆ? ਮੈਂ ਵੇਖਿਆ ਬਹੁਤ ਸਾਰੇ ਲੋਕਾਂ ਦੇ ਰਿਸ਼ਤੇ ਟੁੱਟ ਗਏ। ਉਹਦਾ ਕਾਰਨ ਕੀ ਹੁੰਦਾ ਹੈ ਕਿ ਬਚਪਨ ਦੇ ਵਿੱਚ ਨਾ ਆਪਾਂ ਏਦਾਂ ਦਾ ਇਨਵਾਇਰਮੈਂਟ ਬਣਾ ਲੈਂਦੇ ਆ, ਏਦਾਂ ਦਾ ਸਿਸਟਮ ਬਣਾ ਕੇ ਬੈਠੇ ਹੁੰਦੇ ਆ। ਉਹ ਬੱਚੇ ਚੱਲ ਜਦ ਤੱਕ ਇਕਨੋਮਿਕਲੀ ਉਹ ਫ੍ਰੀ ਨਹੀਂ ਹੁੰਦੇ ਤੇ ਉਹ ਸਾਡੇ ਨਾਲ ਰਹਿੰਦੇ ਨੇ, ਉਹਨਾਂ ਦੀ ਮਜਬੂਰੀ ਹੁੰਦੀ ਹੈ ਕਿਉਂਕਿ ਉਹਨਾਂ ਕੋਲ ਆਪਸ਼ਨ ਨਹੀਂ ਹੈਗਾ। ਬਟ ਇੱਕ ਸਮਾਂ ਆਉਂਦਾ ਹੈ, ਹੁਣ ਇੱਥੇ ਮੈਂ ਨਾ ਇੱਥੇ ਇੱਕ ਬਿੱਲੀ ਰੱਖੀ ਹੈ। ਉਹ ਅਸਲ 'ਚ ਬਿੱਲੀ ਲੋਕੀ ਰੱਖਦੇ ਉਹਨੂੰ ਪਿੰਜਰੇ ਦੇ ਵਿੱਚ, ਆਪਾਂ ਉਹਨੂੰ ਖੋਲ ਕੇ ਰੱਖਿਆ, ਕਿਤੇ ਕੋਠੇ ਚੱਲ ਜਾਂਦੀ ਹੈ, ਇੱਥੇ ਉਹ ਕਮਰੇ 'ਚ ਸੌਂਦੀ ਆ, ਉਹ ਕਮਰੇ 'ਚ ਸੌਂਦੀ ਆ। ਉਹਨੂੰ ਆਜ਼ਾਦੀ ਪਸੰਦ ਹੈ। ਹੁਣ ਜਿਵੇਂ ਜਿਵੇਂ ਉਹ ਆਜ਼ਾਦ ਹੋ ਗਈ ਹੈ ਤਿਵੇਂ ਤਿਵੇਂ ਉਹਨੂੰ ਗੁਲਾਮੀ ਤੋਂ ਮੁਕਤੀ ਮਿਲ ਗਈ। ਪਹਿਲਾਂ ਇੱਕ ਪਿੰਜਰੇ 'ਚ ਰਹਿੰਦੀ ਸੀ ਪਰ ਹੁਣ ਉਹਨੂੰ ਪਿੰਜਰੇ ਦੀ ਲੋੜ ਨਹੀਂ। ਇਸੇ ਤਰ੍ਹਾਂ ਜਿਹੜੇ ਤੁਹਾਡੇ ਮਤਲਬ ਫੈਮਿਲੀ ਮੈਂਬਰ ਹੈਗੇ ਨੇ ਜਿਹੜੇ ਤੁਹਾਡੇ ਤੋਂ ਛੋਟੇ ਨੇ ਔਰ ਉਹਨਾਂ ਨੂੰ ਉਹਨਾਂ ਦੀ ਆਜ਼ਾਦੀ ਜਿਹੜੀ ਬਣਦੀ ਜਾਇਜ਼ ਆਜ਼ਾਦੀ ਆ ਉਹਨਾਂ ਨੂੰ ਦਵੋ ਤਾਂ ਜੋ ਉਹ ਤੁਹਾਨੂੰ ਪਿਆਰ ਕਰਨ। ਜਦੋਂ ਆਪਾਂ ਉਹਨਾਂ ਤੇ ਥੋੜਾ ਜਿਹਾ ਪ੍ਰੈਸ਼ਰ ਪਾਉਂਦੇ ਆ ਫਿਰ ਇਹ ਹੁੰਦਾ ਵਾ ਕਿ ਜਦੋਂ ਅਸੀਂ ਘਰੇ ਆਉਂਦੇ ਆ ਤੇ ਸਾਡੇ ਸਾਹਮਣੇ ਉਹ ਐਕਟਿੰਗ ਕਰਦੇ ਆ ਕਿ ਸਾਡਾ ਉਹਨਾਂ ਤੇ ਪ੍ਰੈਸ਼ਰ ਆ, ਪਰ ਜਦੋਂ ਆਪਾਂ ਘਰ ਤੋਂ ਬਾਹਰ ਹੋ ਜਾਂਦੇ ਆ ਤੇ ਉਹ ਫਿਰ ਉਹ ਨਾਰਮਲ ਜੀਵਨ ਬਤੀਤ ਕਰਦੇ ਆ। ਉਹ ਅਸਲ ਦੇ ਵਿੱਚ ਆਪਾਂ ਸੱਚ ਨਹੀਂ ਜਾਣ ਪਾਉਂਦੇ। ਤੇ ਮੈਂ ਤੇ ਇਹੋ ਕਹਿੰਦਾ ਵਾਂ ਕਿ ਭਾਵੇਂ ਥੋੜਾ ਜਿਹਾ ਚੁੱਭਦਾ ਜ਼ਰੂਰ ਆ ਪਰ ਤੁਹਾਨੂੰ ਸੱਚ ਦੇ ਨਾਲ ਹੀ ਰਿਸ਼ਤਾ ਜੋੜਨਾ ਚਾਹੀਦਾ ਹੈ। ਅਗਲੇ ਬੰਦੇ ਨੂੰ ਡੁਪਲੀਕੇਟ ਜੀਵਨ ਤੁਹਾਡੇ ਸਾਹਮਣੇ ਬਤੀਤ ਕਰਨ ਦੀ ਲੋੜ ਨਾ ਪਵੇ। ਉਹ ਜਿੱਦਾਂ ਦਾ ਤੁਹਾਡੇ ਤੋਂ ਪਿੱਛੇ ਵੀ ਰਹਿ ਰਿਹਾ ਹੈ ਉਹ ਤੁਹਾਡੇ ਸਾਹਮਣੇ ਵੀ ਉਸੇ ਤਰ੍ਹਾਂ ਰਹੇ। ਇਹਨੂੰ ਜੀਵਨ ਕਹਿੰਦੇ ਆ। ਨਿੱਜਰ ਸਾਹਿਬ ਬਿਲਕੁਲ ਸਹੀ ਹੈ ਜੀ। ਹਾਂ, ਪਰ ਲੋਕਾਂ ਦੇ ਘਰਾਂ 'ਚ ਏਦਾਂ ਦੇ ਸਿਸਟਮ ਨਹੀਂ ਆ। ਜਦੋਂ ਵੱਡੇ ਆ ਜਾਂਦੇ ਨੇ ਘਰੇ ਤੇ ਵਿਚਾਰੇ ਚੁੱਪ ਹੋ ਜਾਂਦੇ ਆ। ਜਦੋਂ ਘਰ ਦੇ ਵੱਡੇ ਚੱਲ ਚੁਲ ਜਾ ਜਾਂਦੇ ਆ, ਜਿਹੜਾ ਵੀ ਪਾਵਰਫੁਲ ਬੰਦਾ ਹੈ ਤੇ ਘਰ ਦਾ ਇਨਵਾਇਰਮੈਂਟ ਇੱਕ ਵੱਖਰਾ ਹੁੰਦਾ ਹੈ। ਉਹ ਚੀਜ਼ ਜਿਹੜੀ ਹੁੰਦੀ ਹੈ ਨਾ ਫਿਰ ਉਹਦੇ 'ਚ ਫਿਰ ਮਜ਼ਾ ਨਹੀਂ ਰਹਿ ਜਾਂਦਾ। ਤੇ ਇਹ ਚੀਜ਼ ਦਾ ਧਿਆਨ ਦੇਣਾ। ਤੇ ਆਹ ਦੇਖੋ ਬਾਣੀ ਫਿਰ ਕਹਿ ਰਹੀ ਹੈ, ਸਿਮਰ ਸਿਮਰ ਦਾਤਾਰ ਮਨੋਰਥ ਪੂਰਿਆ ਇੱਛ ਪੁੰਨੀ ਮਨੇ ਆਸ ਗਏ ਵਸੂਰਿਆ। ਵਸੂਰੇ ਕਹਿੰਦੇ ਦੁੱਖ ਚਲੇ ਗਏ, ਆਸ ਪੂਰੀ ਹੋ ਗਈ ਮਾਲਕ ਨੂੰ ਮਿਲਣ ਦੀ, ਆਤਮਾ ਦਰਸ਼ਨ ਦੀ। ਹਾਂ, ਸਾਰੇ ਮਨੋਰਥ ਪੂਰੇ ਹੋ ਗਏ ਜੀ, ਸਾਰੇ ਮਨੋਰਥ ਪੂਰੇ ਹੋ ਗਏ ਕੇਵਲ ਇੱਕ ਭਗਤੀ ਕਰਨ ਦੇ ਨਾਲ। ਔਰ ਜਦੋਂ ਆਪਾਂ ਭਗਤੀ ਕਰਦੇ ਹਾਂ ਤੇ ਫਿਰ ਆਪਣੇ ਆਪ ਤੇ ਸਾਡਾ ਧਿਆਨ ਆਉਂਦਾ ਹੈ। ਦੇਖੋ ਇਨਸਾਨ ਨੂੰ ਸਾਰੀ ਦੁਨੀਆ ਦਾ ਪਤਾ ਹੈ ਪਰ ਇਨਸਾਨ ਨੂੰ ਆਪਣੇ ਆਪ ਦੇ ਬਾਰੇ ਕੁਝ ਵੀ ਨਹੀਂ ਪਤਾ। ਹੁਣ ਇੱਕ ਉੱਥੇ ਕਲੀਨਿਕ ਤੇ ਪ੍ਰੋਫੈਸਰ ਆਏ ਨੇ ਤੇ ਉਹਨਾਂ ਨੇ ਵਿਚਾਰ ਕੀਤੇ ਤੇ ਉਹ ਕਹਿੰਦੇ ਆ ਕਿ ਮੈਂ ਨਾਸਤਿਕ ਹੈਗੀ ਹਾਂ। ਮੈਂ ਠੀਕ ਹੈ, ਕੋਈ ਗੱਲ ਨਹੀਂ, ਨਾਸਤਿਕ ਹੋਣਾ ਕੋਈ ਮਾੜੀ ਚੀਜ਼ ਨਹੀਂ। ਮੈਂ ਬਾਕੀ ਪਤਾ ਕੀ ਹੁੰਦਾ, ਮੈਂ ਤੁਸੀਂ ਸੋਚਦੇ ਜੋ ਨਾ ਜਿੱਦਾਂ ਤੁਸੀਂ ਇੱਕ ਮਾਈਂਡ ਸੈੱਟ ਕਰ ਲਿਆ ਕਿ ਕਹਿੰਦੀ ਕਿ ਮੈਂ ਵੇਖਦੀ ਹਾਂ ਠੱਗ ਬਹੁਤ ਨੇ ਲੋਕ ਸਾਰੇ ਬਿਜ਼ਨਸ ਕਰ ਰਹੇ ਨੇ ਤੇ ਮੈਨੂੰ ਮਤਲਬ ਨਾ ਜ਼ਿਆਦਾ ਟਰਸਟ ਨਹੀਂ ਰਹਿ ਗਿਆ ਲੋਕਾਂ ਤੇ। ਮੈਂ ਦੇਖੋ ਮੈਡਮ ਪਤਾ ਕੀ ਹੁੰਦਾ ਕਿ ਮੈਂ ਦੁਨੀਆ 'ਚ ਚੰਗੇ ਲੋਕ ਵੀ ਬਹੁਤ ਨੇ ਤੇ ਬੁਰੇ ਲੋਕ ਵੀ ਹੈਗੇ ਨੇ, ਬਰਾਬਰ ਹੀ ਨੇ। ਕਿਉਂਕਿ
ਜਦ ਤੱਕ ਦੋਨੋਂ ਕਰੰਟ ਬਰਾਬਰ ਨਹੀਂ ਹੋਣਗੇ ਨਿੱਜਰ ਸਾਹਿਬ ਗੱਲ ਬਣੇਗੀ ਨਹੀਂ। ਕਿਉਂਕਿ ਜੇ ਪੱਖਾ ਤਾਂ ਹੀ ਚੱਲੇਗਾ ਜਦੋਂ ਦੋਨੋਂ ਫੇਸ ਬਰਾਬਰ ਹੋਣ। ਤੇ ਜੇ ਤੇ ਤੁਹਾਡੇ ਫੇਸ ਬਰਾਬਰ ਨਹੀਂ ਹੈਗੇ ਤੇ ਗੱਲ ਨਹੀਂ ਬਣੇਗੀ। ਮੈਡਮ ਆਪਾਂ ਸਭ ਤੋਂ ਪਹਿਲਾਂ ਤਾਂ ਸ਼ੁਰੂਆਤ ਕਰੀਏ ਆਪਣੇ ਆਪ ਤੋਂ। ਮੈਂ ਬੰਦਾ ਸਾਰਾ ਜੀਵਨ ਬਤੀਤ ਕਰਦਾ, ਤੁਸੀਂ ਦੇਖੋ ਸਾਰੀ ਜ਼ਿੰਦਗੀ ਕੀਤਾ ਕੀ ਹੈ। ਆਪ ਪਹਿਲੀ ਗੱਲ ਪੜ੍ਹਾਈ ਕੀਤੀ ਹੈ, ਫਿਰ ਨੌਕਰੀ ਪ੍ਰਾਪਤ ਕੀਤੀ, ਫਿਰ ਵਿਆਹ ਹੋ ਗਿਆ, ਫਿਰ ਹੁਣ ਬੱਚਿਆਂ ਦੀ ਪੜ੍ਹਾਈ ਦੇ ਲਈ ਤੁਹਾਡਾ ਜੀਵਨ ਬਤੀਤ ਹੋ ਗਿਆ। ਬੱਚੇ ਕੱਲ੍ਹ ਨੂੰ ਵੱਡੇ ਹੋ ਜਾਣੇ, ਕੋਈ ਡਾਕਟਰ ਬਣ ਗਿਆ, ਕੋਈ ਕੁਛ ਬਣ ਗਿਆ। ਤੇ ਮੈਂ ਅਸਲ ਦੇ ਵਿੱਚ ਤੁਸੀਂ ਲੱਭਿਆ ਕੀ ਜੀਵਨ ਚ? ਤੁਹਾਡੇ ਜੀਵਨ ਦੀ ਪ੍ਰਾਪਤੀ ਕੀ ਹੈ? ਮੈਂ ਕਹਿੰਦੀ ਪ੍ਰਾਪਤੀ ਤੇ ਬਸ ਇਹੋ ਸੀ, ਘਰ ਬਾਰ ਨਹੀਂ ਸੀ, ਹੁਣ ਘਰ ਹੈਗਾ, ਸਾਡੇ ਕੋਲ ਜ਼ਮੀਨ ਹੈਗੀ ਹੈ, ਪੈਸੇ ਥੋੜੇ ਸੀ, ਹੁਣ ਸਾਡੇ ਕੋਲ ਹੋਰ ਸਹੂਲਤਾਂ ਹੈਗੀਆਂ ਨੇ। ਤੇ ਮੈਂ ਇਹ ਤੇ ਤੁਹਾਡੇ ਸਰੀਰ ਦੇ ਸੁੱਖ ਹੈ ਨਾ, ਤੁਹਾਨੂੰ ਤੇ ਕੁਝ ਪ੍ਰਾਪਤ ਨਹੀਂ ਹੋਇਆ ਤੱਕ। ਬਿਲਕੁਲ। ਮੈਂ ਆਰੇ ਨੇ ਧਰਮ ਦੇ ਗ੍ਰੰਥ ਲਿਖੇ ਹੋਏ ਨੇ, ਇਹ ਕਿਸ ਲਈ ਲਿਖੇ ਨੇ? ਇਹ ਕੇਵਲ ਪੜ੍ਹਨ ਵਾਸਤੇ ਨਹੀਂ, ਇਹ ਸਮਝਣ ਵਾਸਤੇ ਹੈ। ਮੈਂ ਜਦ ਤੱਕ ਤੁਸੀਂ ਆਪਣੇ ਆਪ ਨੂੰ ਨਹੀਂ ਜਾਣਦੇ ਤਦ ਤੱਕ ਤੁਹਾਨੂੰ ਜਿਉਣਾ ਕਿੱਦਾਂ ਹੈ ਤੁਹਾਨੂੰ ਪਤਾ ਨਹੀਂ ਲੱਗਣਾ। ਮੈਂ ਕਿਤਾਬਾਂ 'ਚ ਤੇ ਗਿਆਨ ਹੈਗਾ ਨਹੀਂ ਇਹ ਜਿਹੜਾ ਜਿਹਦੇ ਨਾਲ ਜੀਵਨ ਚੱਲਣਾ ਹੈ। ਮੈਂ ਜੀਵਨ ਤੇ ਬਦਲ ਰਿਹਾ, ਹਰ ਪਲ ਬਦਲੀ ਜਾ ਰਿਹਾ, ਇਸ ਕਰਕੇ ਤੁਹਾਡੇ ਕੋਲ ਖੁਦ ਦਾ ਗਿਆਨ ਚਾਹੀਦਾ। ਮੈਂ ਇਹ ਨਹੀਂ ਕਿ ਤੁਸੀਂ ਕਿਸੇ ਦੀ ਕਿਤਾਬ ਪੜ੍ਹ ਲਓ, ਕਿਸੇ ਦਾ ਗ੍ਰੰਥ ਪੜ੍ਹ ਲਓ ਤੇ ਤੁਹਾਨੂੰ ਜੀਵਨ ਦੀ ਸੋਝੀ ਆ ਜਾਏਗੀ। ਮੈਂ ਏਦਾਂ ਨਹੀਂ ਹੋਣੀ। ਇਹ ਸੋਝੀ ਤੁਹਾਨੂੰ ਆਪਣੇ ਆਪ ਨੂੰ ਜਾਣਨ ਤੋਂ ਬਾਅਦ ਹੀ ਆਉਣੀ। ਤੇ ਮੈਂ ਇਹ ਕੋਸ਼ਿਸ਼ ਕਰੋ। ਫਿਰ ਉਹਨਾਂ ਨੂੰ ਮੈਂ ਲਿੰਕ ਦਿੱਤਾ, ਹੁਣ ਵੇਖੋ ਸੁਣਦੇ ਕਿ ਨਹੀਂ ਸੁਣਦੇ, ਉਹਨਾਂ ਦੀ ਮਰਜ਼ੀ। ਪਰ ਜ਼ਿਆਦਾਤਰ ਲੋਕ ਨਿੱਜਰ ਸਾਹਿਬ ਇਸੇ ਤਰ੍ਹਾਂ ਜੀਵਨ ਬਤੀਤ ਕਰ ਰਹੇ। ਬਿਲਕੁਲ। ਹਾਂਜੀ, ਆਪ ਤੋਂ ਬੋਲੋ ਅੱਗੇ ਨਿੱਜਰ ਸਾਹਿਬ। ਪਾਇਆ ਨਾਮ ਨਿਧਾਨ ਜਿਸਨੂੰ ਭਾਲਦਾ, ਉਹ ਨਾਮ ਖਜ਼ਾਨਾ ਅੰਮ੍ਰਿਤ ਜਿਹੜਾ ਹੈਗਾ ਮਿਲ ਗਿਆ ਭਾਈ, ਜਿਹਨੂੰ ਭਾਲ ਰਿਹਾ ਸੀਗਾ, ਜਿਹਦੇ ਵਾਸਤੇ ਭਗਤੀ ਕਰ ਰਿਹਾ ਸੀਗਾ। ਜੋਤ ਮਿਲੀ ਸੰਗ ਜੋਤ ਰਹਾ ਘਾਲਦਾ, ਔਰ ਆਪਣੀ ਜੋਤ ਦੇ ਦਰਸ਼ਨ ਹੋਏ। ਫਿਰ ਪਰਮ ਜੋਤ ਦੇ ਵਿੱਚ ਦਰਸ਼ਨ ਹੋ ਗਏ, ਦੋਨੋਂ ਜੋਤਾਂ ਮਿਲ ਗਈਆਂ, ਔਰ ਜਿਹੜਾ ਘਾਲਣਾ ਜਿਹੜੀ ਸੀਗੀ ਉਹ ਖਤਮ ਹੋ ਗਈ ਭਾਈ। ਜੋਤ ਮਿਲੀ ਸੰਗ ਜੋਤ ਰਹਾ ਘਾਲਣਾ, ਘਾਲਦਾ ਜਿਹੜੀ ਪਹਿਲਾਂ ਮਿਹਨਤ ਕਰ ਰਿਹਾ ਸੀਗਾ, ਭਗਤੀ ਕਰ ਰਿਹਾ ਸੀਗਾ, ਹੁਣ ਜਿਹੜਾ ਹੈਗਾ ਭਗਤੀ ਕਰਨ ਦੀ ਲੋੜ ਨਹੀਂ, ਜੀਵਨ ਹੀ ਭਗਤੀ ਹੋ ਗਿਆ ਹੁਣ ਜਿਹੜਾ। ਹਾਂਜੀ ਵੀਰ ਜੀ। ਹਾਂਜੀ, ਦੇਖੋ ਇੱਥੇ ਫਿਰ ਕਹਿ ਰਹੇ ਨੇ ਪਾਇਆ ਨਾਮ ਨਿਧਾਨ ਜਿਸਨੂੰ ਭਾਲਦਾ, ਜਿਸਨੂੰ ਦੁਨੀਆ ਭਾਲਦੀ ਫਿਰਦੀ ਸੀ, ਦੇਖੋ ਉਹ ਨਾਮ ਨਿਧਾਨ ਤੁਹਾਨੂੰ ਪ੍ਰਾਪਤ ਹੋ ਜਾਏਗਾ। ਹਾਂ, ਉਹੀ ਤਾਂ ਸਿਕੰਦਰ ਵੀ ਉਹੀ ਲੱਭ ਰਿਹਾ ਸੀ ਨਾ, ਵੀ ਮੈਂ ਅਮਰ ਹੋ ਜਾਵਾਂ, ਮੈਨੂੰ ਉਹ ਚਾਹੀਦਾ ਹੈ ਭਾਈ। ਹਾਂ ਨਿੱਜਰ ਸਾਹਿਬ, ਦੇਖੋ ਇਹ ਸਾਧ ਸੰਗਤ ਜੀ ਪਲੀਜ਼ ਆਪ ਅੰਡਰਸਟੈਂਡ ਕਰੋ, ਉੱਤੇ ਸਿਮਰਨ ਦੀ ਗੱਲ ਕੀਤੀ ਹੈ। ਹਾਂ, ਥੱਲੇ ਨਾਮ ਨਿਧਾਨ ਦੀ ਗੱਲ ਕੀਤੀ ਹੈ ਨਿੱਜਰ ਸਾਹਿਬ। ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ ਗੱਲ ਹੈ। ਇੱਥੇ ਬੜੀ ਕਨਫਿਊਜ਼ਨ ਕ੍ਰੀਏਟ ਹੋ ਜਾਂਦੀ, ਲੋਕੀ ਨਾਮ ਦੇ ਦਿੰਦੇ ਆ, ਲਓ ਜੀ ਨਾਮ। ਨਾਮ ਤਾਂ ਜੇ ਗੋਰਖੀ ਸਾਹਿਬ, ਨਾਮ ਤਾਂ ਭਗਤੀ ਦਾ ਰਿਜ਼ਲਟ ਹੈਗਾ। ਹਾਂ, ਪਰ ਜ਼ਿਆਦਾਤਰ ਲੋਕ ਵੇਖ ਲਓ ਏਦਾਂ ਦਾ ਨਕਲੀ ਦੇਖ ਕੇ ਲੋਲੀਪੌਪ ਕਿੰਨੀ ਦੁਨੀਆ ਨੂੰ ਬੇਵਕੂਫ ਬਣਾਉਂਦੇ ਨੇ। ਹਾਂ, ਲੈ ਭੈਣੇ ਤੂੰ ਤਾਂ ਨਾਮ ਲੈ ਕੇ ਹੀ ਨਹੀਂ ਆਈ, ਤੂੰ ਤਾਂ ਨਾਮ ਲੈ ਕੇ ਹੀ ਨਹੀਂ ਆਈ। ਪਤਾ ਨਹੀਂ ਨਾਮ ਨਹੀਂ ਲੈ ਕੇ ਆਈ। ਤੇ ਇੱਥੇ ਵੇਖੋ ਬਾਣੀ ਕਹਿ ਰਹੇ ਪਹਿਲਾਂ ਸਿਮਰਨ ਕਰ, ਉਸ ਤੋਂ ਬਾਅਦ ਤੈਨੂੰ ਨਾਮ ਮਿਲੂਗਾ। ਹਾਂ, ਨਾਮ ਕੋਈ ਅੱਖਰ ਨਹੀਂ ਆ ਤੈਨੂੰ ਕੋਈ ਲਿਖ ਕੇ ਦੇ, ਤੇਰੇ ਕੰਨ 'ਚ ਫੂਕ ਮਾਰ ਦੇ ਵੀ ਆਹ ਦੱਸਣਾ ਨਹੀਂ ਕਿਸੇ ਨੂੰ, ਇਹ ਤੈਨੂੰ ਨਾਮ ਦੱਸਦਾ ਹੈ। ਤੇ ਦੁਨੀਆ ਏਦਾਂ ਚੱਕਰਾਂ 'ਚ ਫਿਰਦੀ ਹੈ, ਵਹਿਮ ਭਰਮਾਂ 'ਚ। ਨੁਕਸਾਨ ਤੇ ਬੰਦੇ ਦਾ ਆਪਣਾ ਹੀ। ਫਿਰ ਅਗਲੇ ਬੰਨੇ ਬੋਲੋ ਜੀ ਨਿੱਜਰ ਸਾਹਿਬ। ਸੁਖ ਸਹਿਜ ਆਨੰਦ ਉੱਟੇ, ਨਹੀਂ ਉਤਲੀ ਜੋਤੀ ਵਾਲੀ ਜੋਤ ਮਿਲੀ ਸੰਗ ਜੋਤ ਰਹਾ ਘਾਲਦਾ। ਘਾਲਣਾ ਖਤਮ ਹੋ ਗਈ, ਮਿਹਨਤ ਖਤਮ ਹੋ ਗਈ, ਸਿਮਰਨ ਕਰਨ ਦੀ ਲੋੜ ਨਹੀਂ, ਹੁਣ ਜੀਵਨ ਹੀ ਸਿਮਰਨ ਹੋ ਗਿਆ। ਹੁਣ ਜਿਹੜਾ ਹੈਗਾ ਜੋਤ ਆਤਮ ਤਲ ਤੇ ਜੀਣ ਲੱਗ ਗਿਆ ਤੇ ਪਰਮਾਤਮਾ ਦੀ ਜੋਤ ਦੇ ਵਿੱਚ ਇੱਕ ਮਿਕ ਹੋ ਗਈ। ਹਾਂਜੀ ਵੀਰ ਜੀ। ਹਾਂ, ਹੁਣ ਦੇਖੋ ਪਹਿਲਾਂ ਸਿਮਰਨ ਕੀਤਾ, ਫਿਰ ਸਿਮਰਨ ਤੋਂ ਬਾਅਦ ਨਾਮ ਨਿਧਾਨ ਮਿਲ ਗਿਆ। ਨਾਮ ਨਿਧਾਨ ਮਤਲਬ ਖਜ਼ਾਨਾ ਮਿਲ ਗਿਆ। ਫਿਰ ਉਸ ਤੋਂ ਬਾਅਦ ਫਿਰ ਜੋਤ ਮਿਲੀ ਸੰਗ ਜੋਤ, ਕਿ ਤੇਰੀ ਛੋਟੀ ਜਿਹੜੀ ਚੇਤਨਾ ਸੀ ਉਹ ਬ੍ਰਹਮ ਚੇਤਨਾ ਦੇ ਵਿੱਚ ਇੱਕਮਿਕ ਹੋ ਗਈ ਹੈ। ਹਾਂ, ਤੇ ਉਹ ਕਿੱਦਾਂ ਮਿਲੀ? ਉਹਦੇ ਲਈ ਭਗਤੀ ਕਰਨੀ ਪਈ। ਠੀਕ ਹੈ। ਫਿਰ ਅਗਲੇ ਬੰਦੇ ਵੇਖੋ ਕੀ ਬੋਲ ਰਹੇ ਨੇ, ਅੱਗੇ ਬੋਲੋ ਨਿੱਜਰ ਸਾਹਿਬ। ਔਰ ਦੇਖੋ ਗੋਰਖੀ ਸਾਹਿਬ, ਰਹਾ ਘਾਲਦਾ, ਇੱਥੇ ਜਿਹੜੀ ਹੈਗੀ ਭਗਤੀ ਜਿਹੜੀ ਹੈ ਪੂਰੀ ਹੋ ਜਾਂਦੀ ਆ ਜਦ ਜੋਤ ਦੇ ਵਿੱਚ ਜੋਤ ਮਿਲ ਗਈ ਤੇ। ਹਾਂਜੀ, ਔਰ ਜਦੋਂ ਤੁਸੀਂ ਤੁਰਿਆ ਜੋਤੀ ਤੋਂ ਭਾਵ ਨਿੱਜਰ ਸਾਹਿਬ ਇੱਥੇ ਫਿਰ ਕਲੀਅਰ ਕਰ ਦਈਏ, ਜੋਤੀ ਤੋਂ ਭਾਵ ਤੁਰਿ ਅਵਸਥਾ। ਹਾਂ, ਤੁਰਿ ਅਵਸਥਾ ਦੇ ਵਿੱਚ ਅਸੀਂ ਬ੍ਰਹਮ ਦੇ ਨਾਲ ਇੱਕਮਿਕ ਹੋ ਜਾਂਦੇ ਹਾਂ।
ਜਿਸ ਅਵਸਥਾ 'ਚ ਬ੍ਰਹਮ ਬੈਠਾ ਹੈ ਨਾ, ਪਾਰ ਬ੍ਰਹਮ, ਉਸੇ ਅਵਸਥਾ 'ਚ ਆਪਾਂ ਵੀ ਚੱਲ ਜਾਂਦੇ। ਉਹਨੂੰ ਜੋਤੀ ਜੋਤ ਰਲਣਾ ਕਿਹਾ ਹੈ, ਕਾਰਜ ਇਹਨੂੰ ਪੂਰਾ ਹੋਣਾ ਕਿਹਾ ਹੈ। ਬਿਲਕੁਲ। ਕੋਈ ਬੋਲਣ ਬਾਲਣ ਕਹਿਣ ਕੂਣ ਦਾ ਵਿਸ਼ਾ ਨਹੀਂ ਹੈ, ਕਿਸੇ ਬਾਬੇ ਦਾ ਵਿਸ਼ਾ ਨਹੀਂ ਹੈ ਕਿ ਕੋਈ ਬਾਬੇ ਨੇ ਮੈਨੂੰ ਮਿਲਾ ਦਿੱਤਾ ਜਾਂ ਇੱਕਮਿਕ ਜੋਤੀ ਕਰਤਾ। ਬਾਣੀ ਕਹਿੰਦੀ ਹੈ ਕਿ ਤੂੰ ਭਗਤੀ ਕੀਤੀ ਤੇ ਫਿਰ ਕੀ ਹੋ ਗਿਆ, ਤੇ ਤੈਨੂੰ ਨਾਮ ਨਿਧਾਨ ਮਿਲ ਗਿਆ। ਨਾਮ ਨਿਧਾਨ, ਨਾਮ ਤੁਹਾਡਾ ਪ੍ਰਗਟ ਹੋ ਗਿਆ। ਨੌ ਨਿਧਨ ਅੰਮ੍ਰਿਤ ਪ੍ਰਭ का नाम देही में इसका विश्राम। इसका विश्राम, विश्राम ਦਾ ਮਤਲਬ ਸੁੱਤੀ ਅਵਸਥਾ ਦੇ ਵਿੱਚ। ਸੋ ਇਹ ਗੱਲਾਂ ਬੜੀਆਂ ਕਲੀਅਰ ਨੇ, ਕਨਫਿਊਜ਼ਨ ਥੋੜੀ ਵੀ ਨਹੀਂ ਹੈਗੀ। ਫਿਰ ਅਗਲੇ ਬੰਨੇ ਕਹਿੰਦੇ ਨੇ ਕਿ ਨਾਮ ਨਿਧਾਨ ਤੈਨੂੰ ਫਿਰ ਜਦੋਂ ਲੱਭਦਾ ਪਿਆ ਸਾਂ ਉਹ ਤੈਨੂੰ ਮਿਲ ਗਿਆ। ਮਿਲਣ ਤੋਂ ਬਾਅਦ ਕੀ ਹੋਇਆ, ਜੋਤੀ ਦੇ ਸੰਗ ਜੋਤੀ ਰਲ ਗਈ। ਤੂੰ ਤੁਰਿਆ ਅਵਸਥਾ 'ਚ ਪਹੁੰਚ ਗਿਆ, ਜਿੱਥੇ ਬ੍ਰਹਮ ਪਾਰ ਬ੍ਰਹਮ ਬੈਠਾ ਉੱਥੇ ਤੂੰ ਵੀ ਪਹੁੰਚ ਗਿਆ। ਫਿਰ ਅਗਲੀ ਤੁਕ ਬੋਲੋ ਨਿਜਰ ਸਾਹਿਬ, ਫਿਰ ਕੀ ਹੋਏਗਾ ਜਦੋਂ ਤੇਰੀ ਜੋਤੀ ਪ੍ਰਗਟ ਹੋ ਗਈ? ਫਿਰ ਅੱਗੇ ਲਿਖਿਆ ਕੀ ਬਣੇਗਾ? ਉਦੋਂ ਕਹਿੰਦੇ ਖੁਸ਼ੀਆਂ ਹੀ ਖੁਸ਼ੀਆਂ ਤੇਰੇ ਜੀਵਨ 'ਚ ਆ ਜਾਏਗੀ। ਬਸ ਸੁਖ ਸਹਿਜ ਅਵਸਥਾ ਆ ਗਈ। ਬਸ ਆਨੰਦ ਉੱਠੇ ਤਿੱਤ ਕਰੇ ਉਸੇ ਘਰ ਦੇ ਵਿੱਚ, ਉਸੇ ਅਭਿਆਸੀ ਦੇ ਅੰਦਰ। ਤੇ ਅੱਗੇ ਕਹਿੰਦੇ ਆਵਣ ਜਾਣ ਰਹੇ ਜਨਮ ਨਾ ਤਾਹਾਂ ਮਰ। ਲਓ, ਖਤਮ ਹੋ ਗਿਆ। ਜੂਨਾਂ ਦੇ ਵਿੱਚ ਜਾਣਾ ਆਉਣਾ, ਜਾਣਾ ਮਾਂ ਦੇ ਪੇਟ 'ਚ ਜਨਮ ਲੈਣਾ, ਸਾਰਾ ਖਤਮ ਹੋ ਗਿਆ। ਹਾਂਜੀ ਵੀਰ। ਫਿਰ ਕਹਿੰਦੇ ਸੁਖ ਸਹਿਜ ਆਨੰਦ ਉੱਠੇ ਤਿਸ ਘਰ। ਹਾਂ, ਤਿੱਤ ਘਰ। ਹਾਂਜੀ ਬਿਲਕੁਲ। ਦੇਖੋ, ਘਰ ਤੋਂ ਭਾਵ ਸਰੀਰ ਹੈ। ਬਿਲਕੁਲ। ਇੱਥੇ ਘਰ ਤੋਂ ਭਾਵ ਹਮੇਸ਼ਾ ਸਰੀਰ ਦੀ ਗੱਲ ਕੀਤੀ, ਕਿ ਮਕਾਨ ਦੀ ਗੱਲ ਨਹੀਂ ਕੀਤੀ। ਕੀ ਹੋਊਗਾ? ਉਹਦੇ ਜੀਵਨ 'ਚ ਸੁੱਖ ਆ ਜਾਏਗਾ, ਸਹਿਜ ਅਵਸਥਾ ਆ ਜਾਏਗੀ। ਸਹਿਜ ਅਵਸਥਾ ਮਤਲਬ ਸਹਿਜ। ਹੁਣ ਕੁਝ ਕਰਨ ਦੀ ਲੋੜ ਨਹੀਂ, ਆਪਣੇ ਆਪ ਹੋ ਰਿਹਾ ਹੈ। ਬਿਲਕੁਲ। ਜਿਹੜੀ ਕਿਰਿਆ ਕਰਨੀ ਉਹ ਇੱਕ ਅਲੱਗ ਚੀਜ਼ ਹੈ। ਇੱਥੇ ਸਹਿਜ ਅਵਸਥਾ ਹੈ। ਸਹਿਜ ਅਵਸਥਾ ਮਤਲਬ ਆਪਣੇ ਆਪ ਜੀਵਨ ਸਹਿਜ 'ਚ ਆ ਗਿਆ। ਜਿੱਦਾਂ ਗਾਂ ਦੇ ਥਣਾਂ ਦੇ ਵਿੱਚੋਂ ਜਿਹੜਾ ਦੁੱਧ ਆ ਰਿਹਾ ਉਹ ਸਹਿਜ ਹੈ। ਸਹਿਜ ਹੈ, ਉਹ ਕੁਝ ਕਰਨ ਦੀ ਲੋੜ ਨਹੀਂ ਹੈ। ਉਹ ਜੋ ਪ੍ਰਮਾਤਮਾ ਨੇ ਅੰਦਰ ਮਸ਼ੀਨ ਫਿੱਟ ਕੀਤੀ ਹੈ ਉਹ ਸਹਿਜ ਹੀ ਉਹਦਾ ਸੁਭਾਅ ਹੈ। ਹਾਂ, ਜਿਹੜਾ ਆਪਾਂ ਜੂਸ ਕੱਢ ਰਹੇ ਹਾਂ ਉਹ ਇੱਕ ਅਲੱਗ ਚੀਜ਼ ਹੈ। ਬਿਲਕੁਲ। ਫਿਰ ਅਗਲੇ ਬੰਨੇ ਕਹਿੰਦੇ ਆ ਘਰੇ ਤੈਨੂੰ ਉਹ ਅਡੋਲ ਅਵਸਥਾ ਮਿਲ ਜੇਗੀ ਤੇ ਤੇਰਾ ਜੀਵਨ ਜਿਹੜਾ ਹੈ ਉਹ ਆਨੰਦ ਦਾ ਸਰੂਪ ਬਣ ਗਿਆ। ਇਸੇ ਲਈ ਬਾਣੀ ਕਿਹਾ ਕਿ ਪ੍ਰਮਾਤਮਾ ਦੇ ਵਿੱਚ ਜਦੋਂ ਆਪਾਂ ਪਹੁੰਚ ਜਾਂਦੇ ਹਾਂ ਤੇ ਅਸੀਂ ਵੀ ਆਨੰਦ ਸਰੂਪ ਹੋ ਜਾਂਦੇ ਹਾਂ। ਆਤਮਿਕ ਅਡੋਲ ਅਵਸਥਾ ਨਿਜ ਸਭ ਆਨੰਦ ਸਰੂਪ ਹੈ। ਉੱਥੇ ਕੋਈ ਰੋਗ ਨਹੀਂ, ਕੋਈ ਸੋਗ ਨਹੀਂ, ਕੋਈ ਈਰਖਾ ਨਹੀਂ, ਕੋਈ ਦਵੈਸ਼ ਨਹੀਂ, ਕੋਈ ਕਾਮ ਨਹੀਂ, ਕ੍ਰੋਧ ਨਹੀਂ, ਲੋਭ ਨਹੀਂ, ਮੋਹ ਨਹੀਂ। ਇਹ ਚੀਜ਼ਾਂ ਸਾਧ ਸੰਗਤ ਜੀ ਇਹ ਕੇਵਲ ਕਲਪਨਾ ਨਹੀਂ। ਇਹ ਲੋਕ ਕੀ ਕਰਦੇ ਕਿ ਲੰਗੋਟ ਬੰਨਿਆ ਤੇ ਆਪਣੇ ਆਪ ਨੂੰ ਕਹਿੰਦੇ ਨੇ ਕਿ ਅਸੀਂ ਕੀ ਬਣ ਗਏ ਬ੍ਰਹਮਚਾਰੀ। ਬ੍ਰਹਮਚਾਰੀ ਜਿਹੜੇ ਤੁਸੀਂ ਏਦਾਂ ਨਹੀਂ ਬਣ ਸਕਦੇ। ਤੁਸੀਂ ਕਿੱਥੋਂ ਤਿਆਗ ਕਰ ਦੋਗੇ? ਇਹ ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹਨਾਂ ਦਾ ਤਿਆਗ ਨਹੀਂ ਕੀਤਾ ਜਾ ਸਕਦਾ। ਇੱਕ ਕੰਮ ਕੀਤਾ ਜਾ ਸਕਦਾ, ਤੁਸੀਂ ਬਲਬ ਜਗਾਓ, ਹਨੇਰਾ ਆਪੇ ਦੂਰ ਹੋ ਗਿਆ। ਉਸੇ ਤਰ੍ਹਾਂ ਤੁਸੀਂ ਭਗਤੀ ਕਰਨੀ ਸ਼ੁਰੂ ਕਰ ਦਿਓ ਤੇ ਜੀਵਨ ਦੇ ਵਿੱਚ ਇਹਨਾਂ ਦਾ ਹੌਲੀ ਹੌਲੀ ਕਰਕੇ ਜਿਹੜਾ ਤਾਪ ਆ ਉਤਰਦਾ ਜਾਵੇਗਾ। ਆਦਿ ਵਿਆਦੀ ਜਿਹੜੇ ਤਾਪ ਚੜੇ ਹੋਏ ਨੇ ਇਹ ਉਤਰ ਜਾਣਗੇ। ਹਾਂਜੀ ਜੀ ਸਾਹਿਬ, ਅੱਗੇ ਚੱਲੀਏ। ਅੱਗੇ ਮਹਾਰਾਜ ਕਹਿੰਦੇ ਆਵਣ ਜਾਣ ਰਹੇ ਜਨਮ ਨਾ ਤਾਹਾਂ ਮਰ। ਆਉਣਾ ਜਾਣਾ ਖਤਮ ਹੋ ਗਿਆ, ਜਨਮ ਮਰਨ ਦਾ ਗੇੜਾ ਖਤਮ ਹੋ ਗਿਆ। ਸਾਹਿਬ ਸੇਵਕ ਇੱਕ ਦ੍ਰਿਸ਼ਟ ਆਇਆ। ਲਓ, ਮਾਲਕ ਤੇ ਭਗਤ ਜਿਹੜਾ ਹੈਗਾ ਇੱਕ ਹੋ ਗਏ ਭਾਈ, ਇੱਕ ਦ੍ਰਿਸ਼ਟੀ ਆਉਣ ਲੱਗ ਪਏ ਦੋਨੋਂ। ਹਾਂਜੀ ਵੀਰ ਜੀ। ਤੇ ਫਿਰ ਕਹਿੰਦੇ ਕੀ ਹੋਊਗਾ? ਜਦੋਂ ਤੇਰੇ ਜੀਵਨ 'ਚ ਆਨੰਦ ਆ ਗਿਆ ਤੇ ਤੈਨੂੰ ਮੁਕਤੀ ਮਿਲ ਜਾਏਗੀ। ਤੇਰਾ ਜਿਹੜਾ ਆਉਣ ਜਾਣ ਦਾ ਜਿਹੜਾ ਸਿਲਸਿਲਾ ਸੀ ਉਹ ਤੇਰਾ ਹਿਸਾਬ ਹੀ ਖਤਮ ਹੋ ਜਾਏਗਾ। ਹੁਣ ਕੋਈ ਆਉਣਾ ਜਾਣਾ ਨਹੀਂ ਹੈ। ਬਿਲਕੁਲ। ਕਾਰਨ ਸਰੀਰ ਹੀ ਨਹੀਂ ਹੈ, ਇੱਛਾ ਹੀ ਨਹੀਂ ਹੈਗੀ ਕੋਈ ਮਾਇਆ ਦੀ। ਹਾਂ, ਕਿਉਂਕਿ ਅੰਦਰ ਇੱਛਾ ਧਾਰੀ ਜਿਹੜਾ ਜੀਵ ਸੀ ਉਹ ਤੇ ਪਹਿਲਾਂ ਹੀ ਛੱਡ ਗਿਆ ਘਰ। ਹੁਣ ਭੌਰ ਤੇ ਉੱਡ ਗਿਆ। ਬਿਲਕੁਲ। ਜਿਹਨੇ ਇੱਛਾ ਕਰਨੀ ਸੀ। ਵੈਸੇ ਵੀ ਸਾਧ ਸੰਗਤ ਜੀ ਤੁਸੀਂ ਭਗਤੀ ਕਰਕੇ ਦੇਖ ਲਿਓ, ਕੁਝ ਸਮੇਂ ਲਈ ਤੁਹਾਡੇ ਚਿੱਤ 'ਚ ਇੱਛਾ ਪੈਦਾ ਹੀ ਨਹੀਂ ਹੋਣੀ। ਕਿਉਂਕਿ ਇੱਛਾ ਜਿਹੜੀ ਸੀ ਉਹ ਤੇ ਆਤਮਾ ਦੀ ਸੀ, ਉਹ ਆਤਮਾ ਤੇ ਮਿਲ ਗਈ। ਔਰ ਆਤਮਾ ਨੂੰ ਪਦਾਰਥਾਂ 'ਚ ਮਨ ਭਾਲਦਾ ਸੀ। ਤੇ ਜਦੋਂ ਸੁੱਖ ਮਿਲ ਗਿਆ ਤੇ ਆਟੋਮੈਟਿਕਲੀ ਹੀ ਆਤਮਾ ਨੇ ਇਹਦਾ ਧਿਆਨ ਨੂੰ ਆਪਣੇ ਚਰਨਾਂ 'ਚ ਲੈ ਆਉਣਾ ਹੈ। ਤੇ ਫਿਰ ਪਦਾਰਥਾਂ ਦੇ ਨਾਲ ਕੋਈ ਅਟੈਚਮੈਂਟ ਨਹੀਂ ਹੁੰਦੀ। ਭਾਵੇਂ ਪਦਾਰਥ ਮਿਲਣ ਜਾਂ ਨਾ ਮਿਲਣ, ਘੱਟ ਮਿਲਣ ਜਾਂ ਵੱਧ ਮਿਲਣ, ਇਹਦੇ ਨਾਲ ਤੁਹਾਡੇ ਜੀਵਨ 'ਚ ਕੋਈ ਫਰਕ ਨਹੀਂ ਪਏਗਾ।
ਇਹ ਨਹੀਂ ਕਿ ਪਦਾਰਥ ਆ ਗਏ ਆ ਤੇ ਤੁਸੀਂ ਬੜੇ ਖੁਸ਼ ਹੋ ਜਾਣਾ, ਪਦਾਰਥ ਘਟ ਗਏ ਨੇ ਤੇ ਤੁਸੀਂ ਪਰੇਸ਼ਾਨ ਹੋ ਜਾਣਾ। ਉਹ ਜੀਵਨ ਸਹਿਜ ਚ ਆ ਜਾਣਾ। ਇਸੇ ਕਰਕੇ ਬ੍ਰਹਮ ਗਿਆਨੀ ਤੁਸੀਂ ਦੇਖੋਗੇ ਉਹਨਾਂ ਕੋਲ ਕੁਛ ਵੀ ਨਹੀਂ ਆ। ਰਾਜੇ ਜਨਕ ਨੂੰ ਛੱਡ ਕੇ ਬਾਕੀ ਸਾਰੇ ਬ੍ਰਹਮ ਗਿਆਨੀ ਵੇਖੋ ਇੱਕ ਸਧਾਰਨ ਜੀਵਨ ਬਤੀਤ ਕਰ ਰਹੇ ਨੇ, ਕਿਉਂਕਿ ਇੱਛਾ ਨਹੀਂ ਹੈਗੀ ਅੰਦਰ, ਕਾਮਨਾ ਨਹੀਂ ਹੈਗੀ ਨਿਜ ਸਾਹਿਬ, ਕਿਉਂਕਿ ਕਾਮਨਾ ਦਾ ਤਿਆਗ ਹੋ ਚੁੱਕਿਆ, ਜਿਹੜੀ ਇੱਛਾਵਾਂ ਹੀ ਖਤਮ ਹੋ ਚੁੱਕੀਆਂ। ਇਸ ਕਰਕੇ ਉਹ ਇਸ ਮਾਰਗ ਵੀਰ ਜੀ ਇਹ ਜਿਹੜਾ ਇੱਛਾਵਾਂ ਕਾਮਨਾਵਾਂ ਇਹ ਸਭ ਤੋਂ ਮੂਲ ਜੜ ਹੈ। ਜਿਹੜੀ ਪੰਜਾਂ ਦਾ ਨਾ ਸਾਰਾ ਜੜ ਇੱਥੇ ਹੀ ਹੈ। ਕਿਉਂਕਿ ਜੇ ਕਾਮਨਾ ਨਹੀਂ ਪੈ, ਜੇ ਕਾਮਨਾ ਪੂਰੀ ਨਹੀਂ ਹੁੰਦੀ ਜਦੋਂ, ਤਾਂ ਕ੍ਰੋਧ ਆ ਜਾਂਦਾ ਜਿਹੜਾ ਵੀ ਰੁਕਾਵਟ ਬਣਦਾ। ਜੇ ਪੂਰੀ ਹੋ ਜਾਂਦੀ ਹੈ ਤੇ ਮੋਹ ਆ ਜਾਂਦਾ, ਤੇ ਮੋਹ ਆਉਣ ਤੇ ਫਿਰ ਲੋਭ ਹੋ ਜਾਂਦਾ ਵੀ ਹੋਰ ਮਿਲ ਜੇ, ਹੋਰ ਮਿਲ ਜੇ, ਤੇ ਉੱਥੋਂ ਫਿਰ ਹੰਕਾਰ ਪੈਦਾ ਹੋ ਜਾਂਦਾ। ਦੇਖੋ ਇਹ ਜੇ ਇੱਛਾ ਹੀ ਖਤਮ ਹੋ ਜਾਏ, ਉਹੀ ਤਾਂ ਕੰਮ ਭਗਤੀ ਆਪਾਂ ਕਰ ਰਹੇ ਹਾਂ ਬਸ, ਕਿ ਵੀ ਇੱਛਾ ਹੀ ਨਾ ਰਵੇ, ਉਹੀ ਨਾ ਉਪਜੇ, ਮੂਲ ਜਾੜੀ ਖਤਮ ਹੋ ਜਾਏ ਤੇ ਸਾਰਾ ਕੁਝ ਬਸ ਆਪਣੇ ਆਪ ਹੀ ਸਾਰਾ ਕੁਝ ਸਹਿਜ ਚ ਆ ਜਾਂਦਾ ਬਈ। ਹਾਂਜੀ ਬਿਲਕੁਲ ਠੀਕ ਹੈ। ਹਾਂਜੀ ਨਿਜਰ ਸਾਹਿਬ ਆਖਰੀ ਤੁਕ ਬੋਲ ਦੋ। ਇਹ ਸਾਰਾ ਕੁਝ ਕਿਵੇਂ ਹੋਇਆ? ਗੁਰ ਪ੍ਰਸਾਦ ਨਾਨਕ ਸੱਚੇ ਸਮਾਇਆ ਸੁਧ। ਲਓ ਕਹਿੰਦੇ ਗੁਰੂ ਦੀ ਕਿਰਪਾ ਹੋ ਗਈ ਭਾਈ, ਬ੍ਰਹਮ ਗਿਆਨ ਮਿਲਿਆ ਤੇ ਸਾਰੀ ਗੱਲ ਜਿਹੜੀ ਹੈ ਬੁੱਧੀ ਦੇ ਨਾਲ ਹੋਈ, ਵਿਵੇਕ ਬੁੱਧੀ ਆਈ ਤੇ ਸਾਰਾ ਕੁਝ ਹੋ ਗਿਆ। ਹਾਂਜੀ ਵੀਰ ਜੀ। ਹਾਂਜੀ ਨਿਜਰ ਸਾਹਿਬ ਉਸਲੀ ਤੁਕ ਹੀ ਬੋਲ ਦੋ। ਸਾਹਿਬ ਸੇਵਕ। ਸਾਹਿਬ ਸੇਵਕ ਇੱਕ ਦ੍ਰਿਸ਼ਟ ਆਇਆ। ਸਾਹਿਬ ਔਰ ਸੇਵਕ ਇੱਕ ਹੋ ਗਏ ਭਾਈ, ਹੁਣ ਕੋਈ ਭਿੰਨ ਨਹੀਂ ਕਰ ਸਕਦਾ, ਇੱਕ ਦ੍ਰਿਸ਼ਟੀ ਆਉਣ ਲੱਗ ਪਿਆ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਸਾਧ ਸੰਗਤ ਜੀ, ਇਹ ਅਵਸਥਾ ਫਿਰ ਤੁਹਾਡੀ ਹੈ, ਇਹ ਤੁਹਾਡੇ ਅੰਦਰ ਦੀ ਅਵਸਥਾ ਹੈ। ਤੇ ਜਿਹੜਾ ਸੇਵਕ ਹੁੰਦਾ ਹੈ ਫਿਰ ਉਹ ਜਦੋਂ ਭਗਤੀ ਕਰੀ ਜਾਂਦਾ ਹਟਦਾ ਨਹੀਂ। ਤੇ ਜਿਵੇਂ ਜਿਵੇਂ ਤੁਹਾਡਾ ਧਿਆਨ ਇਕਾਗਰ ਹੁੰਦਾ ਗਿਆ ਨਾ, ਆਟੋਮੈਟਿਕਲੀ ਤੁਹਾਡਾ ਜਿਹੜਾ ਭਰਮ ਆ, ਅਗਿਆਨ ਆ, ਉਹ ਖਤਮ ਹੁੰਦਾ ਜਾਣਾ। ਦੇਖੋ ਮੇਨ ਜਿਹੜੀ ਪ੍ਰੋਬਲਮ ਹੈਗੀ ਉਹ ਸਾਡੇ ਧਿਆਨ ਦੀ। ਧਿਆਨ ਸਾਡਾ ਭਟਕ ਗਿਆ ਤੇ ਅਸੀਂ ਵੀ ਭਟਕ ਗਏ। ਜਿੰਨਾ ਬੰਦੇ ਦਾ ਧਿਆਨ ਮਜ਼ਬੂਤ ਹੈ ਨਾ, ਉਨਾ ਹੀ ਬੰਦਾ ਆਤਮ ਗਿਆਨੀ। ਜਿੰਨਾ ਸਾਡਾ ਧਿਆਨ ਭਟਕ ਗਿਆ, ਵਿਚਾਰਾਂ 'ਚ ਸਾਡਾ ਧਿਆਨ ਚੱਲ ਜਾ ਰਿਹਾ, ਅਸੀਂ ਉਨੇ ਜ਼ਿਆਦਾ ਥੱਲੇ ਜੀਵਨ ਹੈ, ਸਾਡੇ 'ਚ ਚੇਤਨਾ ਦੀ ਕਮੀ ਹੈ। ਧਿਆਨ ਦਾ ਸਥਿਰ ਹੋ ਜਾਣਾ ਹੀ ਤੁਰੀ ਅਵਸਥਾ ਹੈ। ਤੁਹਾਡਾ ਧਿਆਨ ਇਕਾਗਰ ਹੋ ਗਿਆ, ਤੁਸੀਂ ਤੁਰੀ ਅਵਸਥਾ ਦੇ ਵਿੱਚ ਪਹੁੰਚ ਗਏ। ਤੁਰੀ ਅਵਸਥਾ ਤੋਂ ਭਾਵ ਹੈ ਕਿ ਤੁਹਾਨੂੰ ਕੋਈ ਚੀਜ਼ ਚਿੰਬੜ ਨਹੀਂ ਸਕਦੀ ਹੁਣ। ਔਰ ਜਦੋਂ ਤੁਹਾਨੂੰ ਚੀਜ਼ ਚਿੰਬੜ ਗਈ, ਤੁਹਾਡੇ ਧਿਆਨ ਨੂੰ ਸਭ ਤੋਂ ਪਹਿਲਾਂ ਨਿਜ ਸਭ ਨੇ ਖਿੱਚ ਲੈਣਾ ਹੈ। ਬਿਲਕੁਲ। ਆਤਮਾ ਤੋਂ ਭਾਵ ਕਿ ਤੁਹਾਡਾ ਧਿਆਨ ਆਤਮਾ 'ਚ ਹੋ ਗਿਆ। ਆਤਮਾ 'ਚ ਹੋ ਗਿਆ ਮਤਲਬ ਨਿਰਵਿਚਾਰ ਹੋ ਗਿਆ, ਗਤੀਹੀਨ ਹੋ ਗਿਆ। ਔਰ ਜਦੋਂ ਆਪਾਂ ਉਸ ਅਵਸਥਾ 'ਚ ਜਾਂਦੇ ਹਾਂ ਤੇ ਅਸੀਂ ਆਤਮਾ ਦੇ ਸੰਪਰਕ 'ਚ, ਔਰ ਆਤਮਾ ਦੇ ਵਿੱਚ ਸੰਪਰਕ 'ਚ ਆਉਣ ਦੇ ਨਾਲ ਜੀਵਨ ਦੇ ਵਿੱਚ ਉਚਾਈ ਆ। ਫਿਰ ਤੇ ਬਾਣੀ 'ਚ ਵੀ ਕਿਹਾ ਘੜੀਏ ਸੁਰਤ ਮਤ ਮਨ ਬੁੱਧ। ਉੱਥੇ ਜੋ ਵੀ ਹੁੰਦਾ ਹੈ ਉਹ ਸਾਰਾ ਹੈ, ਉਹ ਕਲਪਨਾ ਤੋਂ ਪਰੇ ਹੈ, ਉਹਨੂੰ ਬਿਆਨ ਨਹੀਂ ਕਰ ਸਕਦੇ। ਉੱਥੇ ਜਾਣ ਦੇ ਨਾਲ ਹੀ ਜੀਵਨ ਦੇ ਵਿੱਚ ਸਾਰੇ ਭਰਮ, ਆ ਜਿਹੜੇ ਦੋਸ਼ ਨੇ, ਆ ਲਿਖਿਆ ਨਾ ਦੁਨੀਆ ਭਰ ਦੀਆਂ ਗੱਲਾਂ ਲਿਖੀਆਂ, ਜੋਤੀ ਜੋਤ ਰਲ ਗਈ। ਜਦੋਂ ਨਿਰਵਿਚਾਰ ਹੋ ਕੇ ਅਸੀਂ ਆਤਮਾ ਦੇ ਸੰਪਰਕ 'ਚ ਆਏ, ਫਿਰ ਨਾਮ ਨਿਧਾਨ ਮਿਲ ਗਿਆ। ਫਿਰ ਉੱਥੇ ਕੀ ਹੋਇਆ ਕਿ ਸਾਡੇ ਜੀਵਨ ਦੇ ਵਿੱਚ ਜਿਹੜੇ ਵੀ ਮਨੋਰਥ ਹੈ ਪੂਰੇ ਹੋ ਗਏ। ਕਿਉਂ ਪੂਰੇ ਹੋ ਗਏ? ਕਿਉਂਕਿ ਨਿੱਜਰ ਸਾਹਿਬ ਆਤਮਾ ਦੇ ਸ਼ਰਨ ਦੇ ਵਿੱਚ ਜਾ ਕੇ ਹੀ ਸਾਰਾ ਕੁਝ ਪੂਰਾ ਹੋਣਾ। ਇੱਥੇ ਪਦਾਰਥਾਂ ਦੀ ਗੱਲ ਨਹੀਂ ਹੈਗੀ, ਤੁਹਾਡੀ ਤ੍ਰਿਪਤੀ ਹੋ ਜਾਣੀ ਹੈ। ਤੁਹਾਡਾ ਮਨ ਜਿਹੜਾ ਤ੍ਰਿਪਤ ਹੋ ਜਾਏਗਾ, ਜਿਹੜਾ ਮਨ ਸੰਤੁਸ਼ਟ ਹੋ ਜਾਏਗਾ। ਜਿੰਨਾ ਚਿਰ ਤੱਕ ਮਨ ਸੰਤੁਸ਼ਟ ਨਹੀਂ ਹੁੰਦਾ, ਸਮਝ ਲਓ ਕਿ ਸਾਡਾ ਜੀਵਨ ਚੱਲੇ, ਰੁਕ ਨਹੀਂ ਸਕਦਾ। ਕਿਉਂਕਿ ਮਨ ਜਿਹੜਾ ਹੈ ਉਹ ਸੰਤੁਸ਼ਟ ਹੀ ਨਹੀਂ। ਫਿਰ ਬਾਣੀ ਚ ਵੀ ਕਿਹਾ ਹੈ, ਜਬ ਜਾਨਾ ਤਬ ਹੀ ਮਾਨਾ। ਕਿਉਂਕਿ ਜਦ ਤੱਕ ਉਹ ਜਾਣਦਾ ਨਹੀਂ ਹੈ ਨਾ ਆਤਮਾ ਨੂੰ, ਉਹਨਾਂ ਚਿਰ ਮਨ ਮੰਨੇਗਾ। ਮਨ ਨੇ ਵਿਲੀਨ ਹੀ ਨਹੀਂ ਹੋਣਾ। ਮਨ ਨੇ ਵਿਲੀਨ ਹੋਣਾ ਹੈ ਆਤਮਾ ਦੀ ਸ਼ਰਨ ਵਿੱਚ ਜਾ ਕੇ। ਅੱਜ ਦੀ ਵਿਚਾਰ ਨਿਜਰ ਸਾਹਿਬ ਇੱਥੇ ਹੀ ਸਮਾਪਤ। ਹਾਂਜੀ ਵੀਰ ਜੀ, ਹਾਂਜੀ ਇਹ ਵਾਰ ਪੂਰੀ ਹੋ ਗਈ ਸਾਧ ਸੰਗਤ ਜੀ। ਹੁਣ ਇਸ ਤੋਂ ਅੱਗੇ ਵਾਰ ਲਵਾਂਗੇ ਆਪਾਂ। ਹਾਂਜੀ ਵੀਰ ਜੀ। ਹਾਂ, ਫਿਰ ਕਹਿੰਦੇ ਨੇ ਗੁਰ ਪ੍ਰਸਾਦੀ ਨਾਨਕ ਸੱਚ ਸਮਾਇਆ। ਤੇ ਉਹ ਫਿਰ ਸੰਗਤ ਮਿਲੀ ਜਿੱਥੋਂ ਸਾਰਾ ਗਿਆਨ ਹੋਇਆ। ਸਧਾਰਨ ਬੰਦਾ ਤੇ ਆਪਣੇ ਆਪ ਨੂੰ ਗਿਆਨੀ ਹੀ ਸਮਝਦਾ ਹੈ। ਉਹ ਸੋਚਦਾ ਹੈ ਕਿ ਮੈਂ ਗਿਆਨੀ ਹਾਂ, ਪਰ ਅਸਲ ਦੇ ਵਿੱਚ ਜਿਹੜਾ ਗੁਰੂਆਂ ਨੇ ਕੀ ਸੰਦੇਸ਼ ਦਿੱਤਾ ਸੀ, ਗੁਰੂ ਕਹਿ ਕੇ ਕੀ ਕਹੇ ਆ, ਇਹ ਤੇ ਗੁਰਮੁਖਾਂ ਦੀ ਸੰਗਤ ਕਰਨ ਤੋਂ ਬਾਅਦ ਹੀ ਪਤਾ ਲੱਗਦਾ ਹੈ ਕਿ ਉਹਦੇ
ਕਿਹਾ ਕੁਝ ਹੋਰ ਸੀ, ਮੈਂ ਕੁਝ ਹੋਰ ਸਮਝ ਲਿਆ। ਬਿਲਕੁਲ। ਕਿਉਂਕਿ ਇਹ ਅਵਸਥਾ ਤੇ ਬਣੀ ਨਹੀਂ, ਜੇ ਨਹੀਂ ਬਣੀ ਤੇ ਮਤਲਬ ਮੈਂ ਆਪਣੀ ਮਰਜ਼ੀ ਨਾਲ ਕੁਝ ਕੱਢ ਲਿਆ ਨਹੀਂ ਸਾਹਿਬ। ਬਿਲਕੁਲ। ਬਾਣੀ ਦੇਖ ਲਓ, ਬਾਣੀ ਦੇ ਤਾਂ ਮੀਨਿੰਗ ਜਿਹੜੇ ਹੈਗੇ ਆ ਉਹ ਟੀਕੇ ਟੂਕੇ ਜੋ ਮਿਲਦੇ ਆ ਉਸੇ ਹਿਸਾਬ ਦੇ ਨਾਲ ਜਿਹੜਾ ਹੈਗਾ ਉਹ ਖਾਲੀ ਗ੍ਰਾਮੈਟੀਕਲ ਮੀਨਿੰਗ ਲਈ ਜਾਂਦੇ ਆ ਆਪਾਂ ਬਸ, ਔਰ ਉਸੇ ਨੂੰ ਭਗਤੀ ਸਮਝੀ ਜਾਣੇ। ਹਾਂਜੀ ਠੀਕ ਹੈ ਜੀ, ਅੱਜ ਦੀ ਵਿਚਾਰੇ ਇੱਥੇ ਸਮਾਪਤੀ ਸਾਧ ਸੰਗਤ ਜੀ। ਬਿਲਕੁਲ। ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਕਿ ਮੇਰੇ ਪਿਤਾ ਗਰੀਬ ਨਵਾਜ ਬਾਣੀ ਪੜ੍ਹਦਿਆਂ ਵਿਚਾਰ ਕਰਦਿਆਂ ਬਾਣੀ ਸਰਵਣ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਅਤੇ ਗਲਤੀਆਂ ਹੋ ਗਈਆਂ। ਨਿਦਾਨ ਬੱਚੇ ਸਮਝ ਕੇ ਮਾਫ ਕਰੋ, ਅੱਗੇ ਤੋਂ ਸ਼ੁੱਧ ਤੇ ਸਪਸ਼ਟ ਬਾਣੀ ਪੜ੍ਹਨ ਦੀ ਆਗਿਆ ਬਖਸ਼ਣੀ। ਆਈ ਸੰਗਤ ਦੀ ਹਾਜ਼ਰੀ ਆਪਣੇ ਦਰ ਤੇ ਪ੍ਰਵਾਨ ਕਰਨੀ, ਦੇ ਨਿਰੋਗਤਾ ਤੰਦਰੁਸਤੀ ਬਖਸ਼ਣੀ ਮੇਰੇ ਮਾਲਿਕ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰੇ ਪਿਤਾ ਜੀ ਇੱਕ ਅਰਦਾਸ ਆਈ ਹੈ, ਉਹ ਮਾਤਾ ਜੀ ਕਹਿ ਰਹੇ ਨੇ ਕਿ ਆਪ ਉਹਨਾਂ ਨੂੰ ਤੰਦਰੁਸਤੀ ਬਖਸ਼ੋ, ਜੋ ਸਰੀਰ ਚ ਰੁਕਾਵਟ ਇਸ ਨੂੰ ਦੂਰ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ। ਵੀਰ ਜੀ ਉਹ ਗਗਨ ਬੇਦੀ ਵੀ ਘਰ ਆ ਗਿਆ ਜੀ, ਉਹ ਛੁੱਟੀ ਮਿਲ ਗਈ ਉਹਨੂੰ ਫੋਰਟਿਸ ਹਸਪੀਟਲ ਚੋਂ, ਉਹਦੀ ਸ਼ੁਕਰਾਨੇ ਦੀ ਵੀ ਅਰਦਾਸ ਕਰੋ। ਠੀਕ ਹੈ, ਮੇਰੇ ਪਿਤਾ ਇੱਕ ਸ਼ੁਕਰਾਨੇ ਦੀ ਅਰਦਾਸ ਵੀ ਹੈ, ਉਹਨਾਂ ਨੂੰ ਛੁੱਟੀ ਮਿਲ ਗਈ ਹੈ ਤੇ ਨਿਰੋਗਤਾ ਦੇ ਲਈ। ਆਪ ਜੀ ਦੀ ਜੋ ਵੀ ਅਰਦਾਸ ਸੀ ਉਹ ਕਹਿੰਦੇ ਨੇ ਕਿ ਉਹਨਾਂ ਦੀ ਪੂਰੀ ਹੋ ਗਈ। ਆਪ ਜੀ ਇਸੇ ਤਰ੍ਹਾਂ ਹੀ ਉਹਨਾਂ ਨੂੰ ਉਦਮ ਬਖਸ਼ੋ, ਨਾਮਦਾਨ ਬਖਸ਼ੋ ਮੇਰੇ ਮਾਲਿਕ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਵਾਹਿਗੁਰੂ। ਸਾਧ ਸੰਗਤ ਦੀ ਚੁੱਪ ਹੋ ਜਾਓ। ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।